लोग ये पूछते हैं कि असी तुहानू पूरा समर्थन दिता, तुहानू असी सत्ता विच पूरा हुंगारा दिता, असी भेजिया कि साडे हक्कां दी राखी होएगी, तुसी अपने आप नू सोशल मीडिया ते सीमित क्यों कर लिया? ये दो परिवारों के सिस्टम के खिलाफ लड़ के उस सिस्टम नू समझना और उस सिस्टम नू बदलना, ये मेरे जिंदगी का लक्ष्य है। पंजाब के लोगों की जीवन तब्दील करने हैं, पंजाब नू पुनरुत्थान करके मुड़ सुरजीत करना है, अपनी प्रिस्टीन ग्लोरी। इस करके जदों भी मैं देखदा तो महाराज रणजीत सिंह नू देखदा, पंजाबियों की अणख नू देखदा, वो टीचा है मेरा। सियासी गलियारियां विच किया जाता है कि तुहाडे कोल पूरी पावर सी, तुहाडा चीफ सैकटरी तुहाडा सी, तुहाडे कोल तुहाडे सैकटरी सीगे, पर तुसी ये आप नहीं कीता। फिर मैं कहा एक चीज़ थोड़ा नहीं, मैं कहूँ केवल 5000 करोड़ रुपया टैक्सां की चोरी है, ये कानूनी यह जे बनाए है भी इन्होंने कोई पुछ ही ना सके। मैं कहा 1 रुपया टैक्स लाओ एंटरटेनमेंट, तो ये कंप्यूटर में मैं हथ पाऊँ, ये मैं बंब कर दूँ, करोड़ों रुपये टैक्स रिकवर करके दूँ, पंजाब का खजाना उस वक्त भरूगा। लोग बेवकूफ सिस्टम जो ऐ ना करता है कि मैं कि आपदे लिए मंगता सी, ये मेरी विजन जी है अज भी पई है जाके डिपार्टमेंट को टाइम बाउंड एक एक चीज़ एक एक खड़का के 10 करोड़ रुपये तेलंगाना कमाਉਂਦਾ ਸੀ। 2014 ਚੱਡ ਹੋਇਆ ਉਹ ਆਂਧਰਾ ਪ੍ਰਦੇਸ਼ ਤੋਂ। ਮੈਂ ਕਿਹਾ ਅੱਜ ਉਹ 2500 ਕਰੋੜ ਰੁਪਏ ਇੱਕ ਦਰਿਆ ਤੋਂ ਕਮਾਉਂਦੇ ਆ ਇੱਕ ਸਾਲ 5 ਸਾਲਾਂ 'ਚ 2500 ਕਰੋੜ, ਤੇ ਸਾਡੀ ਸਾਲ ਨੇ 10 ਸਾਲਾਂ ਦੇ ਵਿੱਚ 400 ਕਰੋੜ ਜਮ੍ਹਾਂ ਕਰਾਇਆ, ਹਰ ਸਾਲ 40 ਕਰੋੜ, ਤੇ ਜਿੰਨਾ ਹਰ ਸਾਲ ਦੇ ਇੱਕ ਸਾਲ ਦੇ ਵਿੱਚ ਪਿਛਲੀ ਸਰਕਾਰ ਜਮ੍ਹਾਂ ਕਰਾਉਂਦੀ 3 ਦਰਿਆਵਾਂ ਤੋਂ, ਉਹ ਇੱਕ ਦਰਿਆ ਕਾਵੇਰੀ। ਤੁਸੀਂ ਇਹ ਸਰਕਾਰੀ ਡਿਸਟਿਲਰੀਆਂ ਬਣਾਓ, ਕਾਰਪੋਰੇਸ਼ਨ ਬਣਾਓ, ਘੱਟ ਤੋਂ ਘੱਟ ਨਹੀਂ 5-10 ਹਜ਼ਾਰ ਕਰੋੜ ਵੱਧਦੇ ਆ, ਫਿਰ ਅਗਲੇ ਵੱਧਦੇ ਆ। ਮੈਂ ਕਿਹਾ ਇਹ ਕਰੋ, ਲੋਕਾਂ ਨੂੰ ਰੁਜ਼ਗਾਰ ਦਿਓ, 50,000 ਮੁੰਡਿਆਂ ਨੂੰ ਰੁਜ਼ਗਾਰ ਮਿਲੂ, ਇਹ ਕਿਉਂਕਿ ਇਹ ਡਿਵੈਲਪਮੈਂਟ ਆਣੀ ਹੀ ਰੁਜ਼ਗਾਰ ਦੇ ਨਾਲ, ਸਮਝਿਆ ਨਹੀਂ? ਸਿਸਟਮ ਕਹਿੰਦਾ ਨਾ। ਅੱਜ ਕਿਉਂ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਲਈ ਨਾਰਾਜ਼ ਔਰ ਘਰ ਬੈਠੇ ਕਿਉਂਕਿ ਉਹਨਾਂ ਨੂੰ ਸੀਐਮ ਜਾਂ ਡਿਪਟੀ ਸੀਐਮ ਨਹੀਂ ਬਣਾਇਆ ਜਾਂਦਾ? ਕਿਉਂਕਿ ਮੁੱਦਿਆਂ ਤੋਂ ਭਟਕਦੇ ਆ, ਮੁੱਦਿਆਂ ਤੋਂ ਭੱਜਦੇ ਆ, ਦੁਮ ਦਬਾ ਤੁਹਾਡੇ ਵੱਲੋਂ ਕੋਈ ਮੈਂ ਕਹਿੰਦਾ ਅੱਜ ਮੈਨੂੰ ਬਿਨਾਂ ਅਹੁਦੇ ਦੇ ਮੈਂ ਤੇਰੇ ਨਾਲ ਨਹੀਂ ਖੜੂੰਗਾ, ਤੇਰੇ ਮਗਰ ਤੁਰੂੰ। ਇਹ ਕੁਰਸੀਆਂ ਨਾਲ ਕੁਝ ਨਹੀਂ ਮਿਲਦਾ, ਅਹੁਦਿਆਂ ਨਾਲ ਕੁਝ, ਸਵਾਲ ਅਹੁਦਿਆਂ ਦਾ ਹੈ ਹੀ ਨਹੀਂ, ਮੁੱਦਿਆਂ ਦਾ। ਮੁੱਦੇ ਤੇ ਆ, ਮੁੱਦੇ ਤੇ ਤਾਂ ਆਉਂਦਾ ਹੀ ਨਹੀਂ, ਭਟਕਾ ਦਿੰਦੇ ਆ। 24/7 24 ਘੰਟੇ ਸੇਵਾ ਜੇ ਕੁਝ ਮੰਗ ਗਿਆ ਤੇ ਸੁਤੰਤਰਤਾ ਸੈਨਾਨੀ ਨਵਜੋਤ ਸਿੰਘ ਸਿੱਧੂ ਦਾ ਪਿਓ ਸਰਦਾਰ ਭਗਵੰਤ ਸਿੰਘ ਸਿੱਧੂ ਉਹਦਾ ਪੁੱਤਰ ਨਹੀਂ। ਤਾਂ ਤੁਸੀਂ ਇਲੈਕਸ਼ਨਾਂ ਲੜੀਆਂ, ਤੁਸੀਂ ਇਹ ਸਿਸਟਮ ਨੂੰ ਥੋੜਾ ਜਾਣਦੇ ਸੀ ਕਿ ਸਿਸਟਮ ਹੈਗਾ? ਬਿਲਕੁਲ ਜਾਣਦਾ ਸੀਗਾ, ਔਰ ਮੈਂ ਪਰ ਤੁਸੀਂ ਇਸ ਸਿਸਟਮ ਦੇ ਹੇਠ ਹੀ ਇਲੈਕਸ਼ਨ ਮੈਂ ਲੜੀ। ਕਿਹਾ ਇਹ ਸਿਸਟਮ ਬੰਦ ਹੁੰਦਾ ਹੈ। ਇੰਡੀਪੈਂਡੈਂਟ ਮਿਨਿਸਟਰੀ ਦਿਖਾ ਮੈਨੂੰ ਕਿੱਥੇ ਸਟੈਂਡਿੰਗ ਆਰਡਰ ਆਉਂਦਾ, ਇਹ ਫਾਈਲ ਸੀਐਮ ਕੋਲ ਜਾਏਗੀ, ਤੁਸੀਂ ਨਹੀਂ ਕੋਈ ਕਰ ਸਕਦੇ। ਤੁਸੀਂ ਕਰਜ਼ਾ ਮਾਫ ਕਰਨ ਨੂੰ ਕਿਹਾ ਜੀ, 90,000 ਕਰੋੜ ਦੀ ਗੱਲ ਕੀਤੀ, ਤੁਸੀਂ ਸਤਲੁਜ ਤੋਂ ਪਹਿਲਾਂ ਕੁਝ ਕਹਿੰਦੇ ਹੋ ਤੇ ਬਿਆਸ ਤੋਂ ਬਾਅਦ ਕੁਝ ਕਹਿੰਦੇ ਹੋ। 90,000 ਕਰੋੜ ਮਾਫ ਕਰਨ ਨੂੰ ਕਿਹਾ ਜੀ, ਉਹ 1,10,000 ਹੋ ਗਿਆ, ਤੁਸੀਂ 4,000 ਕਰੋੜ ਰੁਪਏ ਦਿੱਤਾ, ਕੀਤਾ ਕੀ ਹੈ? ਕਿਹਾ ਕਿਉਂ ਜੀ? ਫਿਰ ਬੰਦੇ ਨੂੰ ਆਪਦੀ ਚਾਦਰ ਦੇਖ ਕੇ ਪੈਰ ਪਸਾਰਨਾ ਪੈਂਦਾ ਨਾ। ਮੇਰੀ ਪਾਰਟੀ ਸਫਰ ਕਰੂਗੀ ਕਿ ਨਹੀਂ ਕਰੂਗੀ? ਟੌਪ ਪ੍ਰਾਇਰਟੀ ਮੁੱਦਾ 4.5 ਸਾਲ ਕੁੰਭਕਰਨ 6 ਮਹੀਨਿਆਂ ਬਾਅਦ ਉੱਠਦਾ ਸੀ, ਤੁਸੀਂ 4.5 ਸਾਲ ਬਾਅਦ ਉੱਠੇ ਹੋ। ਇਹ ਭੁੱਲ ਜਾਂਦੇ ਆ, ਯਾਦ ਕਰਾਉਣਾ ਪੈਂਦਾ, ਠੋਕ ਕੇ ਯਾਦ ਕਰਾਇਆ। ਔਰ ਉਦੋਂ ਬਾਅਦ ਜਦੋਂ ਇਹਨਾਂ ਨੇ ਕਿਹਾ ਨਾ ਕਿ ਜੀ ਲਾਸਟ 6 ਮਹੀਨੇ 'ਚ ਕਰਾਂਗੇ ਇਲੈਕਸ਼ਨ ਦਾ ਮੁੱਦਾ ਬਣਾਉਣਾ, ਫਿਰ ਮੈਂ ਕਿਹਾ ਹੁਣ ਮੇਰੀ ਨਾ ਹਾਈ ਕਮਾਂਡ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਇਹ ਮੁੱਦੇ, ਇਹ ਵਾਅਦੇ, ਪ੍ਰਸ਼ਾਂਤ ਕਿਸ਼ੋਰ ਵੀ ਉੱਥੇ ਹੈ, ਉਹਨਾਂ ਨੇ ਇਹ ਵਾਅਦੇ ਕਰਾਏ ਸੀ, ਇਹ ਪੂਰੇ ਨਹੀਂ ਹੋਏ। ਇਹ ਕਹਿਣਗੇ ਵੀ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਬੰਦ ਨੇ। ਉਹ ਬੰਦਾ ਕਹੂਗਾ ਜਿਹੜਾ ਜ਼ਮਾਨਤ ਜ਼ਬਤ ਕਰਾ ਕੇ 3 ਇਲੈਕਸ਼ਨ ਹਾਰ ਕੇ 786 ਵੋਟਾਂ ਲੈ ਕੇ ਪਾਰਟੀ ਬਣਾ ਕੇ ਨਵੀਂ ਭੱਜ ਕੇ ਜਾ ਕੇ ਮੈਡਮ ਕੋਲ ਗਿਆ ਸੀ ਉੱਪਰ ਤੇ 6 ਮਹੀਨਿਆਂ 'ਚ ਪ੍ਰਧਾਨ ਬਣ ਗਿਆ ਸੀ, ਇਹ ਰੋਕੂ? ਅੱਜ ਅੰਮ੍ਰਿਤਸਰ ਦੇ ਲੋਕ ਤੁਹਾਨੂੰ ਕਿਉਂ ਲੱਭ ਰਹੇ ਨੇ? ਮੈਂ ਕਿਹਾ ਮੇਰੀ ਗੱਲ, ਇੱਕ ਬੰਦਾ ਕੋਈ ਲਾ ਦੇ, ਇਹਦੇ ਪੋਸਟਰ ਲੱਗਣ ਵਾਲੇ ਜਿੱਤ ਜੂ। ਕੋਈ ਪੋਸਟਰ ਲਾ ਕੇ ਜਿੱਤਦਾ, ਪੋਸਟਰ ਦਿਲ 'ਚ ਹੋਣੇ ਚਾਹੀਦੇ ਆ। 5 ਇਲੈਕਸ਼ਨ ਇਹਨੇ ਜਿਤਾਇਆ ਮੈਨੂੰ। ਐਮਐਲਏ ਦੇ ਪੁੱਤਾਂ ਨੂੰ ਨੌਕਰੀ ਦੇ ਦਿਓ, ਕਿਹਨੂੰ ਨੁਕਸਾਨ ਹੋ ਰਿਹਾ? ਵਰਕਰ ਨੂੰ ਨੁਕਸਾਨ ਹੋ ਰਿਹਾ। 10 ਸਾਲ ਜਿਹਨੇ ਕੁੱਟ ਖਾਧੀ ਹੈ, ਅੱਜ ਵੀ ਉਹਨਾਂ ਨੂੰ ਤਿਰਸਕਾਰ ਮਿਲ ਰਿਹਾ, ਘਰਾਂ 'ਚ ਬਹਿ ਗਏ ਹੋ। ਜਦੋਂ ਆਪਦੀ ਕੁਰਸੀ ਤੇ ਖਤਰਾ ਆਇਆ ਤੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦਿਓ। ਸਿੱਧੂ ਜੀ, ਇੱਕ ਗੱਲ ਜੋ ਨਿਕਲ ਕੇ ਆ ਰਹੀ ਹੈ, ਭਾਵੇਂ ਅੱਜ ਕਾਂਗਰਸ ਦੇ ਅੰਦਰੋਂ ਵਿਰੋਧ ਹੋ ਰਿਹਾ ਹੈ, ਕੁਝ ਆਵਾਜ਼ਾਂ ਜਿਵੇਂ ਤੁਹਾਡੀਆਂ ਵਾਲੀਆਂ ਪਹਿਲੇ ਵੀ ਆਉਂਦੀਆਂ ਸੀ, ਭਗਤ ਸਿੰਘ ਜਿਹਨਾਂ ਨੇ ਪਹਿਲਾਂ ਵੀ ਕਿਹਾ, ਅੱਜ ਹੋਰ ਆਵਾਜ਼ਾਂ ਕੈਬਨਿਟ ਤੋਂ ਨਿਕਲ ਕੇ ਆ ਰਹੀਆਂ ਹੈਗੀਆਂ, ਐਮਐਲਏ ਤੋਂ ਨਿਕਲ ਕੇ ਆ ਰਹੀਆਂ, ਬਟ ਉਹ ਵੀ ਇਕੱਠੀਆਂ ਨਹੀਂ ਹੈ। ਇਹ ਤੇ ਸਵਾਲ ਇਹ ਹੈ ਵੀ ਜਿਹੜਾ ਇਹਨਾਂ ਨੂੰ ਸਵਾਲ ਕਰਦਾ ਹੈ ਔਰ ਮੁੱਦਿਆਂ ਦੀ ਗੱਲ ਕਰਦਾ ਹੈ,
ਉਹ ਇਹਨਾਂ ਨੂੰ ਭੈੜਾ ਲੱਗਦਾ, ਫਿਰ ਉਹਨੂੰ ਡਰਾਉਣਾ ਹੈ। ਮੇਰਾ ਹੀਰੋ ਹੈ ਪ੍ਰਗਟ ਸਿੰਘ। ਲੋਕੀ ਕਹਿੰਦੇ ਸਿੱਧੂ ਦਾ ਬੰਦਾ, ਉਹ ਕਿਸੇ ਦਾ ਬੰਦਾ ਨਹੀਂ, ਪੰਜਾਬ ਦਾ ਬੰਦਾ ਹੈ। ਇਹਦੇ ਵਿੱਚੋਂ ਕੋਈ ਹਾਈ ਕਮਾਂਡ ਕਿਸੇ ਹੋਰ ਨੂੰ ਕੁਰਸੀ ਤੇ ਮੈਂ ਬਿਠਾ ਕਿਹਾ ਕੇ ਤੁਸੀਂ ਉਹਦੇ ਨਾਲ ਕੰਮ ਕਰੋਗੇ? ਇੱਕ ਮਿੰਟ 2 ਸਾਲ ਕੁਰਸੀਆਂ ਤੇ ਭਾਈ ਰਹੇ ਸਾਰੇ, ਮੈਂ ਤੇ ਆਪਦੀ ਕੁਰਸੀ ਛੱਡ ਕੇ ਜਿਹਨੂੰ ਮਰਜ਼ੀ ਭਰਨ ਦੇ। 70,000 ਕਰੋੜ ਰੁਪਏ ਕਰਜ਼ਾ ਚੜੀ, ਬਗੈਰ ਬਿਜਲੀ ਲਏ 6,000 ਕਰੋੜ ਰੁਪਏ ਦਿੱਤੇ। ਕਿਉਂ? ਕਰਜ਼ਾਈ ਹੋਇਆ ਪਿਆ ਪੰਜਾਬ। 32,000 ਕਰੋੜ ਰੁਪਏ ਚੜਾ ਗਏ। ਇਹਨਾਂ ਦੀ ਕੋਠੀ ਤੇ ਕਰਜ਼ਾ ਹੈ, ਇਹਨਾਂ ਦੀਆਂ ਪ੍ਰਾਪਰਟੀਆਂ ਤੇ ਕਰਜ਼ਾ ਹੈ। ਉਹ ਕਿੰਨਾ ਖਾਣਾ ਹੈ? ਕਿਉਂ ਪੁੱਛੋ ਸਾਲੇ ਸੁਣਦੀ ਨਹੀਂ। ਇਹਦੇ ਕਿਹੜੇ ਸੁਰਖਾਬ ਦੇ ਪਰ ਲੱਗੇ? ਮਿੱਲਾਂ ਵਿਕਦੀਆਂ ਹੁੰਦੀਆਂ ਸੀ ਇੱਥੇ, ਟੁੱਟੀ ਕੁਆਲਸ ਦੇ ਵਿੱਚ ਆ ਕੇ ਮੇਰੀ ਗੱਡੀ ਚਲਾਉਂਦਾ ਹੁੰਦਾ ਸੀ, ਸ਼ੂ ਪੀ ਲਓ ਭਾਈ, ਸ਼ੂ ਹੈ ਡੱਡੂ ਪਾ ਕੇ ਮੂੰਹ 'ਚ। ਇਹਨੂੰ ਪੁੱਛਣਾ ਇਹਦੀ ਕੀ ਕੁਆਲੀਫਿਕੇਸ਼ਨ ਹੈ? 4 ਵਾਰ ਦੇ MLA ਹੈ ਬਾਤੇ ਘਰਾਂ 'ਚ। ਕਿਉਂ ਬਈ? ਕਿਉਂਕਿ ਭੈਣ ਜੀ ਰੁੱਸ ਗਈ। ਕੋਈ ਇਹੋ ਜਿਹਾ ਸੋਚ ਹੈ ਕਿ ਤੁਸੀਂ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਮੈਂ ਕਿਹਾ ਇਹ ਮੁੱਦਾ ਹੀ ਹੈ ਨਹੀਂ। ਇਹ ਪਟਕਾਉਂਦੇ ਆ, ਅਖਬਾਰਾਂ 'ਚ ਖਬਰਾਂ ਲਵਾਉਂਦੇ, ਛੁਰਲੀਆਂ ਚਲਾਉਂਦੇ ਆ। ਸਿੱਧੂ ਮਿਲਣ ਜਾ ਰਿਹਾ ਜੀ, ਮੈਂ ਮਿਲਣ ਜਾ ਰਿਹਾ, ਸਿੱਧੂ ਨਹੀਂ ਮਿਲਣ ਜਾ ਰਿਹਾ ਜੀ, ਫਲਾਨਾ ਜੀ, ਟਮਕਾਨਾ ਜੀ, ਫੇਕ ਨਿਊਜ਼। ਅੱਜ ਅਸੀਂ ਇੱਕ ਸਿਆਸਤ ਦੇ ਐਸੇ ਕਿਰਦਾਰ ਨਾਲ ਬੈਠੇ ਹਾਂ ਜੋ ਸਿਆਸਤ ਤੋਂ ਭਾਵੇਂ ਦੂਰ ਹੋਣ, ਜੋ ਭਾਵੇਂ ਖਾਮੋਸ਼ ਹਨ, ਫਿਰ ਵੀ ਉਹਨਾਂ ਦੀ ਹਾਜ਼ਰੀ ਐਸੀ ਤਾਕਤਵਰ ਹੈ ਕਿ ਉਹ ਹਲਚਲ ਪੈਦਾ ਕਰਦੀ ਰਹਿੰਦੀ ਹੈ। ਅੱਜ ਅਸੀਂ ਨਵਜੋਤ ਸਿੰਘ ਸਿੱਧੂ ਨਾਲ ਬੈਠੇ ਹਾਂ ਜੋ ਬਹੁਤ ਚਿਰਾਂ ਬਾਅਦ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋਏ ਨੇ। ਉਹਨਾਂ ਦੀ ਆਵਾਜ਼ਾਂ ਅਸੀਂ ਸੁਣਦੇ, ਉਹਨਾਂ ਦੀ ਮਨ ਦੀ ਗੱਲ ਅਸੀਂ ਸੁਣਦੇ ਰਹਿੰਦੇ ਹਾਂ, ਪਰ ਅੱਜ ਉਹ ਸਾਡੇ ਮਨ ਦੇ ਕੁਝ ਸਵਾਲਾਂ ਦੇ ਜਵਾਬ ਦੇਣਗੇ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮੈਂ ਲੋਕ ਕਚਹਿਰੀ 'ਚ ਹਾਜ਼ਰ ਹਾਂ, ਛੋਟੀ ਭੈਣ ਤੇਰੀ ਕਚਹਿਰੀ 'ਚ ਹਾਜ਼ਰ ਹਾਂ। ਪੁੱਛ ਸਵਾਲ ਦਾਗ। ਪਹਿਲਾ ਸਵਾਲ ਮੇਰਾ ਉਹ ਹੈ ਜੋ ਤੁਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਂਦੇ ਸੀ, ਉਹ ਲੋਕਾਂ ਦੇ ਜਿਹੜੇ ਕਮੈਂਟਸ ਆਉਂਦੇ ਨਾ, ਮੈਂ ਉਹਦੇ ਵਿੱਚੋਂ ਸਵਾਲ ਪਹਿਲਾ ਚੁਣਿਆ। ਪਹਿਲੀ ਗੱਲ ਤੇ ਇਹ ਨਹੀਂ, ਮੇਰਾ ਸਵਾਲ ਤਾਂ ਸੁਣ ਲਓ ਪਹਿਲਾਂ। ਅੱਛਾ, ਪਹਿਲਾ ਸਵਾਲ ਇਹ ਹੈ ਕਿ ਲੋਕ ਇਹ ਪੁੱਛਦੇ ਨੇ ਕਿ ਅਸੀਂ ਤੁਹਾਨੂੰ ਪੂਰਾ ਸਮਰਥਨ ਦਿੱਤਾ, ਤੁਹਾਨੂੰ ਅਸੀਂ ਸੱਤਾ ਵਿੱਚ ਪੂਰਾ ਹੁੰਗਾਰਾ ਦਿੱਤਾ, ਅਸੀਂ ਭੇਜਿਆ ਕਿ ਸਾਡੇ ਹੱਕਾਂ ਦੀ ਰਾਖੀ ਹੋਏਗੀ, ਤੁਸੀਂ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਤੇ ਸੀਮਿਤ ਕਿਉਂ ਕਰ ਲਿਆ? ਇਹ ਇੰਨਾ ਸੋਹਣਾ ਸਵਾਲ ਹੈ ਔਰ ਮੈਨੂੰ 5 ਮਿੰਟ 10 ਮਿੰਟ ਦੇ ਮੈਂ ਭਰਪੂਰ ਤਰੀਕੇ ਨਾਲ ਜਵਾਬ ਦਊਂ ਔਰ ਠੋਕ ਕੇ ਦਊਂ ਜਵਾਬ। ਮੇਰਾ ਜੀਵਨ ਜਿਹੜਾ ਹੈ ਨਾ, ਇੱਕ ਖੁੱਲੀ ਕਿਤਾਬ ਹੈ, ਲੇਕਿਨ ਮੈਂ ਕਰਨਾ ਕੀ ਹੈ ਉਹਨੂੰ ਮੈਂ ਗੁਪਤ ਰੱਖਦਾ, ਨਹੀਂ ਤੇ ਦੁਸ਼ਮਣ ਸੁਚੇਤ ਹੋ ਜਾਂਦਾ। ਸਮਝੋ। ਫਿਰ ਛੋਟੀ ਭੈਣ, ਮੇਰੇ 17 ਸਾਲ ਦੀ ਜਰਨੀ ਤੈਨੂੰ ਦੱਸੂ। ਮੇਰਾ ਮਕਸਦ, ਮੇਰਾ ਮਨਸੂਬਾ, ਮੇਰਾ ਟੀਚਾ, ਠੀਕ ਹੈ, ਮੇਰਾ ਅਨੁਭਵ, ਮੈਂ ਕੀ ਚਾਹੁੰਦਾ ਸੀ, ਕੀ ਚਾਹੁੰਦਾ, ਕੱਲ, ਅੱਜ ਔਰ ਕੱਲ। 17 ਸਾਲ 3 ਵਾਰ MP ਉਸੇ ਜਗ੍ਹਾ 'ਚ ਅੰਮ੍ਰਿਤਸਰ ਦੇ ਲੋਕਾਂ ਨੇ, ਮੈਂ ਉਹਨਾਂ ਦੀ ਜੁੱਤੀ ਦੀ ਧੂੜ ਚੱਕ ਕੇ ਆਪਣੀ ਸਾਫੇ 'ਤੇ ਕਈ ਵਾਰ ਰੱਖਦਾ ਹੁੰਦਾ। ਰਾਜ ਸਭਾ, MLA, ਮੰਤਰੀ, ਇੱਕੋ ਗੋਲ, ਇੱਕੋ ਲਕਸ਼ ਕਿ 2 ਪਰਿਵਾਰਾਂ ਦਾ ਇੱਕ ਸਿਸਟਮ ਜਿਹਨੇ ਪੰਜਾਬ ਨੂੜ ਲਿਆ, ਪੰਜਾਬ ਦਾ ਖਜ਼ਾਨਾ ਨਿੱਜੀ ਜੇਬਾਂ 'ਚ ਪਵਾਤਾ, ਲੈਜਿਸਲੇਚਰ ਦੀ ਗਰਿਮਾ ਖਤਮ ਕਰਤੀ। ਕੰਟਰੋਲ ਦੇ ਲਈ ਲੋਕਾਂ ਨੇ ਵੋਟਾਂ ਪਾ ਕੇ MLA ਜਿਤਾਏ ਸੀ, ਮੰਤਰੀ ਜਿਤਾਏ ਸੀ, ਲੋਕਾਂ ਨੇ ਅਫਸਰ ਨਹੀਂ ਸੀ ਜਿਤਾਏ। ਤੇ ਜਦੋਂ ਤੁਸੀਂ ਇੱਕ ਸਿਸਟਮ ਨੂੰ ਅਫਸਰਾਂ ਨੂੰ ਜਵਾਬਦੇਹੀ ਬਣਾ ਦਿਓਗੇ ਕਿ ਲੋਕਾਂ ਦੀ ਤਾਕਤ ਕਿੱਥੇ ਹੈ? ਤਾਕਤ ਆਪਣੇ ਆਪ 'ਚ ਕਬਜ਼ੇ 'ਚ ਕਰ ਲਈ, ਬਿਜ਼ਨਸ ਇੰਟਰਸਟ ਲਈ, ਵਾਰੀਆਂ ਖੇਡਣ ਲਈ। ਯੂ ਸਕ੍ਰੈਚ ਮਾਈ ਬੈਕ ਐਂਡ ਆਈਲ ਸਕ੍ਰੈਚ ਯੋਰ ਬੈਕ। ਇਹ ਸਿਸਟਮ ਬਣ ਗਿਆ। ਕੋਈ ਜਿੱਤੇ ਕੋਈ ਹਾਰੇ, 75-25 ਚੱਲਦਾ ਰਹੂ। ਗੱਲ ਸਮਝ। ਇਹ 2 ਪਰਿਵਾਰਾਂ ਦੇ ਸਿਸਟਮ ਦੇ ਖਿਲਾਫ ਲੜ ਕੇ ਉਸ ਸਿਸਟਮ ਨੂੰ ਸਮਝਣਾ ਔਰ ਉਸ ਸਿਸਟਮ ਨੂੰ ਬਦਲਣਾ, ਇਹ ਮੇਰੀ ਜ਼ਿੰਦਗੀ ਦਾ ਲਕਸ਼ ਹੈ। ਇਹ 2 ਪਰਿਵਾਰ ਤੁਸੀਂ ਕਿਸ ਨੂੰ ਆਖਦੇ ਹੋ? ਬਿਕੋਜ਼ 2 ਪਰਿਵਾਰ ਤੁਸੀਂ ਹੁਣ ਜਦ ਕੋਈ ਪੰਜਾਬ 'ਚ ਜਿਨ੍ਹਾਂ ਥੋੜੀ ਜਿਹੀ ਵੀ ਰਾਜਨੀਤਿਕ ਸਮਝ ਹੈ, ਉਹ ਰੋਟੀ ਨੂੰ ਚੋਚੀ ਨਹੀਂ ਕਹਿੰਦੇ। ਪਤਾ ਜਿਨ੍ਹਾਂ ਰਾਜ ਕੀਤਾ 25 ਸਾਲਾਂ ਦੇ ਵਿੱਚ, ਪੰਜਾਬ ਡਬੋਤਾ ਕਰਜ਼ੇ ਦੀ ਦਲਦਲ 'ਚ, ਸਭ ਨੂੰ ਪਤਾ, ਸਭ ਜਾਣਦੇ ਆ। ਪ੍ਰਸ਼ਾਂਤ ਕਿਸ਼ੋਰ ਜੀ ਮੇਰੇ ਕੋਲ 50 ਵਾਰ ਤੋਂ ਉੱਤੇ ਆਇਆ ਸੀ। ਮੈਂ ਹੁਣ ਜਦੋਂ ਮਿਲਿਆ ਸੀ ਸਿਸਟਮ ਦੇ ਕੋਲ, ਤੇ ਉਹਨਾਂ ਨੇ ਕਿਹਾ
ਮੈਂ ਉਹਨੂੰ ਕਿਹਾ ਮੈਂ ਯੂਕੇ ਇਹ ਸਿਸਟਮ ਦਿੱਲੀ ਦਾ ਸਿਸਟਮ ਕਹਿ ਰਹੇ ਹੋ ਜਾਂ ਸਿਸਟਮ ਤੁਸੀਂ ਇੱਥੇ ਵਾਲਾ ਇਹ ਦੋ ਪਰਿਵਾਰਾਂ ਦਾ ਹੀ ਸਿਸਟਮ ਹੈ, ਹੋਰ ਕੋਈ ਸਿਸਟਮ ਨਹੀਂ ਤੁਸੀਂ ਪੰਜਾਬ 'ਚ। ਕੈਪਟਨ ਅਮਰਿੰਦਰ ਬਾਰੇ ਕਹਿ ਰਹੇ ਹੋ। ਮੈਂ ਕਿਹਾ ਤੂੰ ਕਹਿਣ ਦੀ ਲੋੜ ਹੀ ਕੁਛ ਨਹੀਂ। ਸੂਰਜ ਉਹਦਾ ਪ੍ਰਕਾਸ਼ ਦੇਖ ਪ੍ਰਮਾਣ ਦਿੰਦਾ, ਉਹਦਾ ਤੇਜ ਪ੍ਰਮਾਣ ਨਹੀਂ ਹੁੰਦਾ, ਪ੍ਰੂਫ ਦੇਣ ਦੀ ਲੋੜ ਨਹੀਂ। ਪਤਾ ਸਭ ਨੂੰ ਕੌਣ ਨੇ, ਅੱਗੇ ਹੋਰ ਪਤਾ ਲੱਗ ਜੂ। ਮੈਂ ਦੱਸਦਾ ਤੈਨੂੰ ਸਿਸਟਮ ਕੌਣ, ਮੈਂ ਸਿਸਟਮ ਕਹੂੰ। ਗੱਲ ਸੁਣ, ਉਹ ਆਏ ਮੇਰੇ ਕੋਲ 50-60 ਵਾਰ, ਸਿੱਧੂ ਸਾਹਿਬ ਸਰਕਾਰ ਨਹੀਂ ਬਣਦੀ, ਆਉਣਾ ਹੀ ਪੈਣਾ। ਮੈਂ ਕਿਹਾ ਜੀ ਮੇਰਾ ਇੱਕ ਏਜੰਡਾ ਹੈ ਜਿਹੜਾ ਲੋਕਾਂ ਦਾ ਭਲਾ ਚਾਹੁੰਦਾ। ਬਸ ਮੈਂ 40 ਸਾਲ ਦੀ ਉਮਰ ਤੱਕ ਆਪਣੇ ਹਰ ਅਰਮਾਨ ਨੂੰ ਖੰਭ ਲਾ ਲਏ ਸੀ, ਮੈਂ ਸਭ ਤਮੰਨਾਵਾਂ ਪੂਰੀਆਂ ਕਰ ਲਈਆਂ ਸੀ, ਲੇਕਿਨ ਮੇਰੀ ਸਭ ਤੋਂ ਵੱਡੀ ਸੈਟਿਸਫੈਕਸ਼ਨ ਹੈ ਮੇਕਿੰਗ ਅ ਡਿਫਰੈਂਸ, ਚੇਂਜਿੰਗ ਪੀਪਲਸ ਲਾਈਵਸ। ਪੰਜਾਬ ਦੇ ਲੋਕਾਂ ਦੀ ਜੀਵਨ ਤਬਦੀਲ ਕਰਨੇ ਆ, ਪੰਜਾਬ ਨੂੰ ਪੁਨਰਥਾਨ ਕਰਕੇ ਮੁੜ ਸੁਰਜੀਤ ਕਰਨਾ, ਆਪਣੀ ਪ੍ਰਿਸਟੀਨ ਗਲੋਰੀ। ਇਸ ਕਰਕੇ ਜਦੋਂ ਵੀ ਮੈਂ ਦੇਖਦਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਖਦਾ, ਪੰਜਾਬੀਆਂ ਦੀ ਅਣਖ ਨੂੰ ਦੇਖਦਾ, ਉਹ ਟੀਚਾ ਹੈ ਮੇਰਾ। ਉਹ ਕਹਿੰਦਾ ਤੁਸੀਂ ਹਾਈ ਕਮਾਂਡ ਨੂੰ ਮਿਲੇ, ਦੱਸਿਆ ਬਹੁਤ ਨੇਕ ਲੋਕ, ਖਾਨਦਾਨੀ ਲੋਕ, ਚੰਗੇ ਲੋਕ, ਕਰੋ ਸਿਸਟਮ 'ਚ ਰਹਿ ਕੇ ਕਰ ਸਕਦੇ ਹੋ। ਮੈਂ ਕਿਹਾ ਠੀਕ ਹੈ, ਮੈਂ ਆ ਜਾਣਾ 17 ਦਿਨ 'ਚ, ਮੈਂ 5 ਦਿਨਾਂ 'ਚ ਖਤਮ ਕਰ ਦੂੰਗਾ ਇਲੈਕਸ਼ਨ। ਦੇਖਿਓ ਤੁਸੀਂ ਮੇਰੀ ਪ੍ਰੈਸ ਕਾਨਫਰੰਸ ਦੇਖ ਲਈ, ਏਜੰਡਾ ਹੀ ਦੇਖੀ, ਲਾਲ ਪੱਗ ਹੈ ਜਿਹੜੀ ਮੈਂ YouTube ਸਭ ਤੇ ਉਹੀ ਲੱਗੀ ਹੋਈ ਹੈ, ਉਹੀ ਪ੍ਰੈਸ ਕਾਨਫਰੰਸ। ਇੱਕ ਮੈਂ ਉਹ ਫਰੰਟ ਜਿਹਾ ਸੀ, ਉਹਦੇ 'ਚ ਬੈਂਸ ਨੇ, ਉਹ ਪ੍ਰੈਸ ਕਾਨਫਰੰਸ ਦੇਖ ਲਈ। ਆਹੀ ਕੀ ਹੈ ਇਹ ਏਜੰਡੇ ਨੂੰ ਮੈਂ ਪਹਿਲੀ ਕੈਬਨਿਟ ਤੋਂ ਬੁਲੰਦ ਆਵਾਜ਼ 'ਚ ਪੰਜਾਬੀਆਂ ਦੇ ਪੱਖ ਦੀ ਉਹ ਕਰਦਾ। ਪਹਿਲੀ ਕੈਬਨਿਟ ਦੇ ਵਿੱਚ ਜਾ ਕੇ ਪ੍ਰਸਤਾਵ ਰੱਖਿਆ, ਮੈਂ ਕਿਹਾ ਇਹ ਸ਼ਰਾਬ ਦੀ ਜਿਹੜੀ ਪਾਲਿਸੀ ਹੈ ਇਹਨੂੰ ਡਿਲੇ ਕਰੋ। ਮੈਂ ਕਿਹਾ ਮੈਂ ਸ਼ਰਾਬ ਦੇ ਹੱਕ 'ਚ ਨਹੀਂ, ਪਰ ਜੇ ਸ਼ਰਾਬ ਵਿਕਣੀ ਹੈ ਤੇ ਉਹ ਖਜ਼ਾਨੇ 'ਚ ਪੈਸੇ ਆਉਣੇ ਚਾਹੀਦੇ ਨੇ। ਮੈਂ ਕਿਹਾ 8 ਮਿਨਿਸਟਰ ਬੈਠੇ ਆ, ਮੈਂ ਕਿਹਾ 2500 ਕਰੋੜ ਦੇ ਉੱਤੇ ਤੁਸੀਂ ਤਾਮਿਲਨਾਡੂ ਦੇ ਨਾਲ ਐਕਸਾਈਜ਼ ਪਾਲਿਸੀ ਸ਼ੁਰੂ ਕੀਤੀ ਸੀਗੀ 2002 'ਚ। ਅੱਜ ਤਾਮਿਲਨਾਡੂ 35,000 ਕਰੋੜ ਰੁਪਈਆ ਕਮਾਉਂਦਾ ਹੈ, 35,000 ਕਰੋੜ ਰੁਪਏ, 15% ਇਨਕਰੀਜ਼ ਐਵਰੀ ਈਅਰ। 40,000 ਬੰਦਿਆਂ ਨੂੰ ਨੌਕਰੀ ਦਿੰਦਾ ਸਰਕਾਰੀ। ਤੇ ਤੁਸੀਂ ਅਗਰ ਇਹ 5,000 10,000 ਤੁਸੀਂ 300 200 ਦੀਆਂ ਗੱਲਾਂ ਕਰਦੇ ਹੋ, ਸਮਝ ਨਹੀਂ। ਉਹੀ ਚੱਡਾ ਪਰਿਵਾਰ ਆ ਕੇ ਲੈ ਲੈਂਦਾ, ਉਹੀ ਠੇਕੇਦਾਰੀਆਂ ਨੇ, ਉਹੀ ਸਭ ਨੂੰ ਸਮਝ ਆਉਂਦੀ ਹੈ। ਤੁਸੀਂ ਇਹ ਸਰਕਾਰੀ ਡਿਸਟਿਲਰੀਆਂ ਬਣਾਓ, ਕਾਰਪੋਰੇਸ਼ਨ ਬਣਾਓ, ਘੱਟ ਤੋਂ ਘੱਟ ਨਹੀਂ 5-10,000 ਕਰੋੜ ਵੱਧਦੇ ਆ, ਫਿਰ ਅਗਲੇ ਵੱਧਦੇ ਆ ਹੈ। ਤੇ ਉਹਦੇ ਨਾਲ ਤੁਸੀਂ ਇਹ ETT ਟੀਚਰ ਜਿਹੜੇ ਨੇ ਇਹਨਾਂ ਨੂੰ ਨੌਕਰੀਆਂ ਦਿਓ, ਇਹਨੂੰ ਡਬਲ ਕਰੋ, ਗਵਰਨਮੈਂਟ ਆਫ ਇੰਡੀਆ ਦੇ ਵਿੱਚ ਪਾਓ, ਖਜ਼ਾਨੇ ਦੇ ਵਿੱਚੋਂ ਡਬਲ ਹੋ ਕੇ ਆਉਂਦੇ ਆ ਸਕੀਮਾਂ ਦੇ ਵਿੱਚ, 50 ਪੈਸੇ ਪਾਓ ਰੁਪਈਆ ਦਿੰਦੇ ਆ। ਠੀਕ ਹੈ, ਇਹ ਤਾਂ ਚੰਗੀ ਗੱਲ ਸੀ। ਕਿਹੜੀ ਇਹ ਤਾਂ ਗੱਲਾਂ ਚੰਗੀ ਸੁਣੋ ਨਾ, ਮੈਂ ਕਿ ਅੱਗੇ ਸੁਣ, ਮੈਂ ਸਾਰਾ ਤਵੀਤ ਸਾਫ਼ ਕਰ ਦੂੰ ਤੇ ਅੱਗੇ ਤੂੰ ਛੱਡਣਾ ਕੁਝ ਨਹੀਂ, ਤੂੰ ਦੇਖੀ ਤੇਰਾ ਸਵਾਲ ਨਹੀਂ ਕਹਿਣਾ ਕੋਈ। ਮੈਂ ਕਿਹਾ ਇਹ ਕਰੋ, ਲੋਕਾਂ ਨੂੰ ਰੁਜ਼ਗਾਰ ਦਿਓ, 50,000 ਮੁੰਡਿਆਂ ਨੂੰ ਰੁਜ਼ਗਾਰ ਮਿਲੂ। ਇਹ ਕਿਉਂਕਿ ਇਹ ਡਿਵੈਲਪਮੈਂਟ ਆਣੀ ਹੀ ਰੁਜ਼ਗਾਰ ਦੇ ਨਾਲ ਹੈ, ਸਮਝਿਆ ਨਹੀਂ। ਸਿਸਟਮ ਕਹਿੰਦਾ ਨਾ, ਮੈਂ ਮਾਈਨਿੰਗ ਪਾਲਿਸੀ ਗਵਾ ਹੈ, ਤੂੰ ਗਵਾ ਹੈ, ਸਾਰਾ ਪੰਜਾਬ ਗਵਾ ਹੈ, ਮੈਂ ਮਾਈਨਿੰਗ ਪਾਲਿਸੀ ਲਿਆਂਦੀ। ਅੰਡਰ ਸੈਕਟਰੀਆਂ ਕੋਲ ਬੈਠ ਕੇ ਧੱਕੇ ਖਾਦੇ, ਦਿਨ ਰਾਤ ਜਾਗ ਕੇ ਤੇਲੰਗਾਨਾ ਜ਼ਬਰਦਸਤੀ ਕਹਿ ਕੇ ਮੈਨੂੰ ਤੇਲੰਗਾਨਾ ਭੇਜੋ। 2 ਬੰਦੇ ਲੈ ਕੇ ਅਫਸਰਾਂ ਨੂੰ ਨਾਲ ਲੈ ਕੇ ਚਾਹ ਦੇ ਨਾਲ ਉਹ ਬਣਾਈ। ਮੈਂ ਕਿਹਾ ਉਹ ਸੈਂਡ ਮਾਈਨਿੰਗ ਵਾਲਾ ਕੋਈ ਮਾਫੀਆ ਨਹੀਂ ਹੈ, ਇਹ ਤਾਂ ਟਰਾਂਸਪੋਰਟ ਮਾਫੀਆ। ਸੈਂਡ ਕੋਈ ਪਿੰਨ ਥੋੜਾ ਨਾ ਜਿਹੜੀ ਚੱਕ ਕੇ ਇੱਥੇ ਰੱਖਤੀ ਉੱਧਰ ਰੱਖਤੀ, ਇਹ ਤੇ ਟਰੱਕਾਂ 'ਚ ਜਾਂਦਾ। ਤੇ ਤੁਸੀਂ ਟਰੱਕਾਂ ਨੂੰ ਲਾਲ ਰੰਗ ਕਰੋ, ਇੱਕ ਅੱਡ ਰੰਗ ਦਿਓ, ਉਸ ਟਰੱਕ ਦੇ ਵਿੱਚ ਨਾ ਰੇਟ ਆ, ਨਾ ਡੇਟ ਆ, ਨਾ ਵੇਟ ਹੈ। ਤੇ ਜਿਹੜਾ ਟਰੱਕ ਇਲੀਗਲੀ ਜਾਂਦਾ ਹੈ ਉਹਦੇ ਚਿੱਪਾਂ ਲਾ ਦਿਓ, ਬਲੂ ਚਿੱਪ ਜਿਹੜੀਆਂ ਹੈਗੀਆਂ ਨੇ, ਪਤਾ ਲੱਗੂ ਟਰੱਕ ਕਿੱਥੋਂ ਹਿਲਦਾ ਕਿੱਥੇ ਨਹੀਂ ਹਿਲਦਾ। ਮੈਂ ਕਿਹਾ ਜਿਹੜਾ ਜਿਹਦੇ ਰੇਟ ਨਾ ਵੇਟ ਨਾ ਡੇਟ ਉਹਨੂੰ ਇੰਪਾਊਂਡ ਕਰ ਦਿਓ। 25,000 ਦੇ ਰੇਤੇ ਦੇ ਲਈ 1 ਕਰੋੜ ਦਾ ਟਰੱਕ ਕੌਣ ਇੰਪਾਊਂਡ ਕਰੂ? ਮੈਂ ਕਿਹਾ ਰੇਟ ਫਿਕਸ ਕਰੋ। 1,000 ਰੁਪਏ ਨੂੰ ਟਰਾਲੀ ਕਿਹਾ ਸੀ, ਅੱਜ 4-4 ਨੂੰ ਗਰੀਬ ਨੂੰ ਟਰਾਲੀ ਮਿਲਦੀ ਹੈ। ਕਿਉਂ? ਕਿਉਂਕਿ ਸਪਲਾਈ ਰੋਕ ਦਿੰਦੇ। ਜਦੋਂ ਸਪਲਾਈ ਰੁਕਦੀ ਹੈ ਰੇਟ ਵੱਧਦੇ ਆ, ਫਿਰ ਕੋਈ ਐਗਜ਼ੌਰਬ ਆਪਣੇ ਮਨ ਮਰਜ਼ੀ ਦੇ ਰੇਟ ਨੇ। ਕਦੇ ਕੋਈ ਚੀਜ਼ ਦੇਖੀ ਹੈ ਬਿਨਾਂ ਰੇਟ ਦੇ ਵਿਕਦੀ? ਸ਼ਰਾਬ ਬਿਨਾਂ ਰੇਟ ਦੇ ਵੇਚਦੇ ਹੋ? ਠੀਕ ਹੈ, ਵੇਟ ਕਰੋ। ਔਰ ਇਸੇ ਤੋਂ ਆਪਾਂ ਇਲੈਕਸ਼ਨ ਜਿੱਤ ਜਾਣਾ, ਕਿਉਂਕਿ ਪਿਛਲੀ ਸਰਕਾਰ ਵੀ ਇਹ ਕਰਦੀ ਰਹੀ ਹੈ, ਸਮਝ ਨਹੀਂ। ਮੈਂ ਕਿਹਾ 10 ਕਰੋੜ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਸਭ ਤੋਂ ਸ਼ਾਈਨਿੰਗ ਐਗਜ਼ਾਮਪਲ 10 ਕਰੋੜ ਰੁਪਏ ਤੇਲੰਗਾਨਾ ਕਮਾਉਂਦਾ ਸੀ, 2014 'ਚ ਅੱਡ ਹੋਇਆ ਉਹ ਆਂਧਰਾ ਪ੍ਰਦੇਸ਼ ਤੋਂ। ਮੈਂ ਕਿਹਾ ਅੱਜ ਉਹ 2,500 ਕਰੋੜ ਰੁਪਏ ਇੱਕ ਦਰਿਆ ਤੋਂ ਕਮਾਉਂਦੇ ਆ, 1 ਸਾਲ 5 ਸਾਲਾਂ 'ਚ 2,500 ਕਰੋੜ। ਤੇ ਸਾਡੀ ਸਾਲ ਨੇ 10 ਸਾਲਾਂ ਦੇ ਵਿੱਚ 400 ਕਰੋੜ ਜਮ੍ਹਾਂ ਕਰਾਇਆ, ਹਰ ਸਾਲ 40 ਕਰੋੜ। ਤੇ ਜਿੰਨਾ ਹਰ ਸਾਲ ਦੇ 1 ਸਾਲ ਦੇ ਵਿੱਚ ਪਿਛਲੀ ਸਰਕਾਰ ਜਮ੍ਹਾਂ ਕਰਾਉਂਦੀ 3 ਦਰਿਆਵਾਂ ਤੋਂ, ਉਹ ਇੱਕ ਦਰਿਆ ਕਾਵੇਰੀ, ਉਹ ਜਿੰਨਾ 40 ਕਰੋੜ ਰੁਪਈਆ 1 ਸਾਲ ਦੇ ਵਿੱਚ ਜਮ੍ਹਾਂ ਕਰਾਇਆ, ਉਹ ਹਫ਼ਤੇ 'ਚ ਕਮਾਉਂਦੇ 43 ਕਰੋੜ। ਸ਼ਰਮ ਨਹੀਂ ਆਉਂਦੀ ਹੈ? ਤੁਸੀਂ ਜਿੱਦਣ ਤੁਸੀਂ ਇਹ ਮਾਈਨਿੰਗ ਪਾਲਿਸੀ ਨਾਲ ਉਸੇ ਦਿਨ 60-70 ਹਜ਼ਾਰ ਮੁੰਡਿਆਂ ਨੂੰ ਨੌਕਰੀ ਮਿਲੂ। ਸਟਾਕ ਯਾਰਡਾਂ ਦੇ ਉੱਤੇ ਜਿਹੜੇ ਟਰੱਕ ਚਲਾਉਣਗੇ ਉਹ
ਉਸ ਤੇ ਮੰਗਾਓ, ਆਰਡਰ ਦੇਵੇ, ਟੱਕ ਦੇਣੇ ਰੇਤੇ ਦੀ ਟਰਾਲੀ, ਉਹਦੇ ਕੋਈ 200 ਰੁਪਈਆ ਲਓ, ਜਿੱਥੇ ਮਰਜ਼ੀ ਛੱਡੋ, ਇੱਥੇ ਕਿਹੜਾ ਡਿਸਟੈਂਸਿਸ ਨੇ। ਠੀਕ ਹੈ, ਇਹ ਸੁਣ ਲਓ ਇਹ ਕਿਉਂ ਕਿਹਾ? ਕਿਉਂਕਿ ਜਦੋਂ ਤੁਸੀਂ ਸਸਤਾ ਰੇਤਾ ਦਿਓਗੇ, ਗਰੀਬ ਘਰ ਬਣਾਉਣ ਲੱਗ ਜੂ, ਕੰਸਟਰਕਸ਼ਨ ਦਾ ਵੋਲਿਊਮ ਵਧੂ, ਇਕਨੋਮੀ ਐ ਜਾਊ ਟਾਕ। ਅਮਰੀਕਨ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ, ਉਹਨੇ ਸੜਕਾਂ ਬਣਾ ਕੇ ਅਮਰੀਕਾ ਰੈਸੈਸ਼ਨ ਚੋਂ ਕੱਢਤਾ ਸੀ, ਐ ਉੱਠੂ ਇਕਨੋਮੀ। ਸਿਸਟਮ ਕਹਿੰਦਾ ਨਹੀਂ। ਹੁਣ ਸਵਾਲ ਪੁੱਛ। ਸਿਆਸੀ ਗਲਿਆਰਿਆਂ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡੇ ਕੋਲ ਪੂਰੀ ਪਾਵਰ ਸੀ, ਤੁਹਾਡਾ ਚੀਫ ਸੈਕਟਰੀ ਤੁਹਾਡਾ ਸੀ, ਤੁਹਾਡੇ ਕੋਲ ਤੁਹਾਡੇ ਸੈਕਟਰੀ ਸੀਗੇ, ਪਰ ਤੁਸੀਂ ਇਹ ਆਪ ਨਹੀਂ ਕੀਤਾ। ਇਹ ਮੇਰੇ ਕੋਲ ਸੀ ਪਾਵਰ? ਵਾਹ, ਮੈਂ ਦੱਸੂ ਮੇਰੇ ਕੋਲ ਕੀ ਪਾਵਰ ਸੀ। ਇਹ ਬਣਾ ਕੇ ਕੈਬਨਿਟ ਦੇ ਵਿੱਚ ਪੇਸ਼ ਕਰਨੀ ਹੈ, ਉਸ ਤੋਂ ਬਾਅਦ ਕੈਬਨਿਟ ਨੇ ਅਪਰੂਵ ਕਰਨੀ ਹੈ, ਫਿਰ ਇਹ ਉਹਦੇ ਡਿਪਾਰਟਮੈਂਟ ਕੋਲ ਜਾਣੀ ਹੈ। ਇਹ ਡਿਪਾਰਟਮੈਂਟ ਕਿਸੇ ਹੋਰ ਮੰਤਰੀ ਦਾ ਸੀ, ਉਹ ਵੀ ਮੇਰੇ ਭਰਾ ਨੇ, ਸਮਝ ਨਹੀਂ, ਉਹ ਵੀ ਉਸ ਕਮੇਟੀ ਦੇ ਵਿੱਚ ਸ਼ਾਮਲ ਸੀ। ਜਦੋਂ ਮੈਂ ਤੇਲੰਗਾਨਾ ਗਿਆ, ਮੇਰੇ ਨਾਲ ਕੋਈ ਨਹੀਂ ਗਿਆ ਸੀ, ਰਾਈਟ। ਸਾਰੇ ਪੰਜਾਬ ਨੂੰ ਪੁੱਛ ਇਹ ਪਾਲਿਸੀ ਕੀ ਹੈ। ਇਹੀ ਪਿਛਲੀ ਸਰਕਾਰ 'ਚ ਹੁੰਦਾ ਸੀ। ਠੀਕ ਹੈ, ਫਿਰ ਮੈਂ ਕਿਹਾ ਇੱਕ ਚੀਜ਼ ਥੋੜਾ ਨਾ ਸੀ, ਮੈਂ ਕਿਹਾ ਇਹ ਕੇਵਲ 5000 ਕਰੋੜ ਰੁਪਈਆ ਟੈਕਸਾਂ ਦੀ ਚੋਰੀ ਹੈ, ਇਹ ਕਾਨੂੰਨੀ ਇਹੋ ਜਿਹੇ ਬਣਾਏ ਹੈ ਵੀ ਇਹਨਾਂ ਨੂੰ ਕੋਈ ਪੁੱਛ ਹੀ ਨਾ ਸਕੇ। ਮੈਂ ਕਿਹਾ 1 ਰੁਪਈਆ ਟੈਕਸ ਲਾਓ ਐਂਟਰਟੇਨਮੈਂਟ, ਤੇ ਇਹਦੇ ਕੰਪਿਊਟਰ ਨੂੰ ਮੈਂ ਹੱਥ ਪਾऊँ, ਇਹਦੇ ਮੈਂ ਬੰਬ ਕੱਢ ਦੂੰ, ਕਰੋੜਾਂ ਰੁਪਈਏ ਟੈਕਸ ਰਿਕਵਰ ਕਰਕੇ ਦਊਂ, ਪੰਜਾਬ ਦਾ ਖਜ਼ਾਨਾ ਉਸੇ ਵਕਤ ਭਰੂਗਾ। ਮੈਂ ਕਿਹਾ ਇਹ ਅੰਡਰ ਦ ਟੇਬਲ ਜਿੱਥੇ ਜਾਂਦਾ ਮੈਨੂੰ ਪਤਾ ਹੈ, ਸਮਝਦੇ ਹੋ। ਬਣਾਓ, ਕਾਨੂੰਨ ਬਣਾ ਕੇ ਦਿੱਤਾ। LR ਦੇ ਕੋਲ 6 ਮਹੀਨੇ ਤੱਕ ਇਹ ਖਾਂਦਾ ਰਿਹਾ ਕਾਨੂੰਨ। ਵਾਪਸ ਆਇਆ, ਕਹਿੰਦੇ ਜੀ ਹੁਣ ਅਸੀਂ ਪ੍ਰੈਜ਼ੀਡੈਂਟ ਕੋਲ ਭੇਜਾਂਗੇ, ਇਹਦਾ ਕਲੈਸ਼ ਕਰਦਾ ਹੈ ਸਟੇਟ ਦੇ ਲਾਅ ਦੇ ਨਾਲ, ਇਹ ਕਲੈਸ਼ ਕਰਦਾ। ਮੈਂ ਉਹ ਕਿੱਦਾਂ? ਕਹਿੰਦਾ ਜੀ ਤੁਸੀਂ 3 ਸਾਲ ਸਜ਼ਾ ਪਾਤੀ। ਮੈਂ ਕਿਹਾ ਹੋਰ ਧਾਰਾਂ ਚੋਣੀਆਂ ਉਹਨਾਂ ਦੀਆਂ ਜਿਹੜੇ ਪੰਜਾਬ ਨੂੰ ਢਾਹ ਲਾਈ ਜਾਂਦੇ ਆ। ਮੈਂ ਕੋਈ ਨਹੀਂ, ਤੁਸੀਂ ਕਹਿੰਦੇ 3 ਸਾਲ ਜ਼ਿਆਦਾ ਹੈ, ਮੈਂ ਕਿਹਾ 2 ਸਾਲ ਕਰ ਦਿਓ, ਪ੍ਰੈਜ਼ੀਡੈਂਟ ਕੋਲ ਭੇਜ ਰਹੀ। ਅੱਛਾ ਠੀਕ ਹੈ ਜੀ, 2 ਸਾਲ ਕਰ ਦਿਓ। ਫਿਰ ਇਹਨਾਂ ਕੋਲ ਗਿਆ, ਫਿਰ 1 ਸਾਲ ਉਹ ਫਾਈਲ ਚੱਕਰ ਖਾਂਦੀ ਰਹੀ ਔਰ ਬਾਰ-ਬਾਰ ਕਹਿੰਦੀ ਰਹੀ ਨਵਜੋਤ ਸਿੱਧੂ ਨੋ ਨੋ ਨੋ। ਮੈਂ ਸਮਝ ਗਿਆ, ਮੈਂ ਕੋਈ ਗੱਲ ਨਹੀਂ, ਅਸੀਂ ਕਿਹੜਾ ਹਟੇ। ਇੱਕ ਚੀਜ਼ ਔਨ ਰਿਕਾਰਡ ਹੈ, ਇਹ ਮੈਂ ਤੈਨੂੰ ਇਹ 10ਵਾਂ ਹਿੱਸਾ ਦੱਸ ਰਿਹਾ ਛੋਟੀ ਭੈਣ। ਆਪਣੇ ਡਿਪਾਰਟਮੈਂਟ ਦਾ ਪੂਰੀ ਵਿਜ਼ਨ ਬਣਾ ਕੇ ਦੀ, ਟਾਈਮ ਬਾਉਂਡ। ਜਿੱਥੇ ਲੁਧਿਆਣੇ 60 ਲੱਖ ਰੁਪਈਆ ਕਮਾਉਂਦਾ ਸੀ, 35 ਕਰੋੜ ਐਡਵਰਟਾਈਜ਼ਮੈਂਟ ਪਾਲਿਸੀ ਲੋਕਾਂ ਦੀਆਂ ਜੇਬਾਂ ਜਾਂਦਾ ਸੀ। ਠੀਕ ਹੈ, ਕਿਉਂ? ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਕਿਉਂ ਨਾ ਜਾਵੇ? ਇਹਨਾਂ ਕੋਲ ਕਹਿਣ ਨੂੰ ਹੈ ਕੁਝ? ਲੋਕਾਂ ਮੈਂ ਦੱਸੂ, ਇਹਨਾਂ ਦੇ ਪੋਤਲੇ ਖੋਲ ਦੂੰ ਅੱਜ। ਲੋਕਾਂ ਦੇ ਦੁਆਰ ਕਿਉਂ ਨਾ ਜਾਵੇ? ਇਹ ਡੈਥ ਸਰਟੀਫਿਕੇਟ, ਬਰਥ ਸਰਟੀਫਿਕੇਟ, ਇਹ ਘਰੇ ਬੈਠੇ ਕਿਉਂ ਨਾ ਮਿਲੇ? ਲਾਇਸੈਂਸ, ਠੀਕ ਹੈ, ਕਿਸੇ ਨੇ ਨਕਸ਼ਾ ਕਰਾਉਣਾ, ਘਰੇ ਬੈਠੇ ਕਿਉਂ ਨਾ ਮਿਲੇ? ਡੀਮ ਟੂ ਬੀ ਪਾਸ ਅਜੇ ਤੱਕ ਨਹੀਂ ਹੋਇਆ ਸੀ, ਰਾਈਟ। ਡੀਮ ਟੂ ਬੀ ਪਾਸ 25 ਦਿਨ ਤੁਸੀਂ ਨਕਸ਼ਾ ਪਾ ਕੇ ਭੇਜਿਆ ਆਰਕੀਟੈਕਟ ਨੇ, ਜੇ ਡਿਪਾਰਟਮੈਂਟ ਕੋਈ ਐਕਸ਼ਨ ਨਹੀਂ ਦਾ ਪਾਸ ਹੈ, ਜਾਓ। ਲੋਕਾਂ ਦੀ, ਮੈਂ ਇੱਕ ਚੀਫ ਮਿਨਿਸਟਰ ਨੂੰ ਮਿਲਿਆ, ਮੈਂ ਕਿਹਾ ਜੀ ਇੱਥੇ ਸੈਕਟਰੀ ਬੰਦਾ ਹੀ ਨਹੀਂ ਦੇਖਦਾ ਤੁਹਾਡੀ, ਤੇ ਇੱਥੇ ਤਾਂ ਮੈਂ ਗੁੱਤਮ ਗੁੱਤੀ ਹੁੰਦੇ ਹੁੰਦੇ। ਕਹਿੰਦਾ ਸਰਕਾਰ ਲੋਕਾਂ ਕੋਲ ਜਾਂਦੀ ਹੈ, ਸਾਡੇ DC ਲੋਕਾਂ ਕੋਲ ਹੁੰਦੇ ਨੇ। ਇਹ ਸਿਸਟਮ ਦਿੱਲੀ ਵਿੱਚ ਲਾਗੂ ਵੀ ਕੀਤਾ ਗਿਆ? ਮੈਂ ਕਿਹਾ ਸਭ ਕਿਤੇ ਲਾਗੂ ਹੈ, ਗਵਰਨੈਂਸ ਸਭ ਕਿਤੇ ਲਾਗੂ ਹੈ। ਪੱਤਾ ਕਿੱਥੋਂ ਮਿਲਦਾ ਸਭ ਨੂੰ ਪਤਾ। ਸ਼ਹਿਰਾਂ ਦਾ ਮਿੱਠੇ ਪਾਣੀ 10,000 ਕਰੋੜ ਰੁਪਏ ਲੈ ਕ੍ਰੈਡਿਟ ਨੋ, ਬਦਲ ਦਿਓ, ਮਾਰ ਦਿਓ। 5 ਪੁਲ ਬਾਦਲਾਂ ਤੋਂ 5 ਪੁਲ ਮੈਂ ਬਣਾ ਕੇ ਇੰਪਰੂਵਮੈਂਟ ਟਰਸਟ ਦੇ ਪੈਸੇ ਜਮ੍ਹਾਂ ਕਰਾ ਕੇ ਜ਼ਮੀਨਾਂ ਵੇਚ ਕੇ ਅੰਮ੍ਰਿਤਸਰ ਦੀਆਂ ਮੈਂ ਉਹਨਾਂ ਨੂੰ ਪ੍ਰਪੋਜ਼ ਦਿੱਤਾ, ਰਿਜੈਕਟ ਕਰਤਾ। ਛੋਟੀਆਂ ਚੀਜ਼ਾਂ ਦੇ ਮੈਂ ਭੁੱਖ ਹੜਤਾਲ ਤੇ ਬੈਠ ਗਿਆ। ਮੈਂ ਕਿਹਾ ਫਾਸਟ ਔਨ ਟੂ ਡੈਥ, ਦੇਹੀ ਦਾ ਤੇ ਲਾਓ, ਤੁਸੀਂ ਸਾਡੇ ਪੈਸੇ ਖੁਰਦ-ਬੁਰਦ ਕਰਤੇ। ਮੈਂ ਕਿਹਾ ਇਹ ਨਹੀਂ ਹੋਣਾ, ਦੇਹੀ ਦਾ। ਬਾਦਲ ਰਾਤ ਨੂੰ ਘਬਰਾ ਗਿਆ, ਉਹਨੇ ਨਾਲ ਦੀ ਨਾਲ ਸਾਰਾ ਕੁਝ ਪਾਸ ਕਰਕੇ ਅਖਬਾਰ 'ਚ ਦੇਤਾ। 6 ਮਹੀਨੇ ਪਈ ਸੀ ਇਲੈਕਸ਼ਨ। ਮੈਨੂੰ ਜੇਤਲੀ ਸਾਹਿਬ ਕਹਿੰਦੇ ਯੂ ਕਾਂਟ ਡੂ ਦਿਸ। ਮੈਂ ਕਿਹਾ ਆਈ ਵਿਲ ਡੂ ਦਿਸ। ਮੈਂ ਕਿਹਾ ਇਹ ਲੋਕਾਂ ਦੇ ਪੈਸੇ ਨਹੀਂ, ਇਹ ਕੌਣ ਹੁੰਦੇ ਨੇ? ਮੈਂ ਕਿਹਾ ਇਹ ਵਿਕਾਸ ਕਰਨ, ਮੈਂ ਇਹਨਾਂ ਦੀ ਜੈ-ਜੈਕਾਰ ਕਰੂੰਗਾ। ਕਾਹਦੀ ਲੜਾਈ ਹੈ? ਜਿੱਦਣ ਮੈਂ ਪਹਿਲੇ ਦਿਨ MP ਬਣਿਆ ਤੇ ਮੈਂ ਗਰਾਊਂਡਾਂ ਜਾਂਦਾ, ਲੋਕਾਂ ਨੇ ਮੇਰੀ ਇੰਨਾ ਸਪੋਰਟ ਕੀਤਾ, 1.25 ਲੱਖ ਵੋਟਾਂ ਜਿੱਤਿਆ। ਉਹ ਕਹਿੰਦੇ ਭਾਜੀ ਸਾਨੂੰ ਨਾ ਖੇਡਣ ਨੂੰ ਥਾਂ ਨਹੀਂ ਅੰਮ੍ਰਿਤਸਰ 'ਚ, ਸਾਨੂੰ ਖੇਡਣ ਨੂੰ ਥਾਂ ਦੇ, ਸਾਨੂੰ ਕੋਈ ਅਸੀਂ ਕਿਤੇ ਗਰਾਊਂਡ 'ਚ ਜਾਂਦੇ ਹਾਂ, ਸਾਨੂੰ ਡਾਂਗਾ ਮਾਰਦੇ ਕਿਉਂ? ਡਰੱਗਸ ਕਰਦੇ ਆ ਅੱਜ ਨੌਜਵਾਨ। ਇਹ ਵੀ ਤਾਂ ਸੋਚੋ ਨਾ, 35 ਏਕੜ ਥਾਂ ਮੈਂ ਉੱਥੇ ਬਿਲਡਿੰਗ ਨਹੀਂ ਪਾਉਣ ਦਿੱਤੀ, ਕੰਕਰੀਟ ਜੰਗਲ। ਬਾਗ ਬਣਾਇਆ 17 ਏਕੜ 'ਚ ਸਾਈਡ ਦੇ ਉੱਤੇ, ਅੰਮ੍ਰਿਤ ਪਾਰਕ ਦੇਖ ਜਾ ਕੇ ਅੰਮ੍ਰਿਤਸਰ ਰੋਡ ਦੇ ਉੱਤੇ। ਮੈਂ ਕਿਹਾ ਇੱਥੇ ਸਪੋਰਟਸ ਅਕੈਡਮੀ ਬਣੂਗੀ, ਠੀਕ ਹੈ। 5 ਪੁਲਾਂ ਦੀਆਂ ਪਰਮਿਸ਼ਨਾਂ 25-25 ਸਾਲ ਲੱਗਦੇ ਆ। ਪਿਊਸ਼ ਗੋਇਲ ਕੋਲ ਗਿਆ ਕਿ ਸਾਰੀਆਂ ਪਰਮਿਸ਼ਨਾਂ ਕਰਾਈਆਂ, 150 ਕਰੋੜ ਨੱਥੀ ਕੀਤਾ। ਕੈਪਟਨ ਸਾਹਿਬ ਨੂੰ ਕਿਹਾ ਆਓ ਜੀ ਕਰੋ ਉਦਘਾਟਨ, ਅੱਗੇ ਖੜੋ। ਅੱਗੇ ਖੜਾ ਇੱਕ, ਉਹਦੇ ਨਾਲ ਸਾਰੇ ਪੰਜਾਂ ਦੇ ਉਦਘਾਟਨ ਹੋ ਗਏ, ਉਹ ਪੂਰੇ ਉਦਘਾਟਨ ਹੋ ਗਏ। ਮੈਂ ਕਿਹਾ ਭਾਈ ਕ੍ਰੈਡਿਟ ਤੁਹਾਡਾ, ਠੀਕ ਹੈ, ਕ੍ਰੈਡਿਟ ਹੈ। ਅੰਮ੍ਰਿਤਸਰ ਦੇ ਲੋਕਾਂ ਦਾ ਵਿਕਾਸ ਰਹੇਗਾ, ਸਿੱਧੂ ਦਾ ਕੋਈ ਕੰਮ ਪੂਰਾ ਨਹੀਂ ਹੋਣਾ ਚਾਹੀਦਾ। ਅੰਮ੍ਰਿਤਸਰ ਦੇ ਲੋਕਾਂ ਦਾ ਵਿਕਾਸ ਹੋਵੇਗਾ। ਲੋਕੀ ਬੇਵਕੂਫ ਨੇ। ਸਿਸਟਮ ਜਦੋਂ ਐਂ ਨਾ ਕਰਦਾ ਹੈ ਕਿ ਮੈਂ ਕੀ ਆਪਦੇ ਲਈ ਮੰਗਦਾ ਸੀ, ਇਹ ਮੇਰੀ ਵਿਜ਼ਨ ਜਿਹੜੀ ਹੈ ਅੱਜ ਵੀ ਪਈ ਹੈ ਜਾ ਕੇ ਡਿਪਾਰਟਮੈਂਟ ਕੋਲ, ਟਾਈਮ ਬਾਉਂਡ, ਇੱਕ ਚੀਜ਼ ਇੱਕ ਖੜਕਾ ਕੇ ਦੇਖ, ਇਹ ਛੱਡ।
ਮੈਂ ਕਿਹਾ ਇਹ ਇਹਨਾਂ ਨੂੰ ਪਿੱਛੇ ਰੱਖੋ, ਇਹ ਔਨ ਰਿਕਾਰਡ ਹੈ, ਕੋਈ ਜਾਗਿਆ ਨਹੀਂ ਸੀ ਉਦੋਂ, ਸਮਝੀਏ। ਮੈਂ ਕਿਹਾ ਭਾਈ ਜ਼ਮੀਨਾਂ ਦੱਬੀਆਂ ਪਈਆਂ ਨੇ, ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈ, ਦੇਖ ਕਿਹਦੇ ਨਾਂ ਵਿੱਚ, ਠੀਕ ਹੈ ਨਾ, ਦੇਖ 300 ਏਕੜ 500 ਏਕੜ ਕਿਹਦੇ ਨਾਂ ਦੇਖ। ਮੈਂ ਕਿਹਾ ਭਾਈ ਇਹ ਜ਼ਮੀਨਾਂ ਦੱਬੀਆਂ ਪਈਆਂ ਨੇ, ਇਹਨਾਂ ਨੂੰ ਛੱਡੋ, ਤੁਸੀਂ ਜਿਹੜੀਆਂ ਜਾਇਜ਼ ਨੇ 5% ਹੀ ਛਡਾ ਲਓ, ਲੀਜ਼ਾਂ ਹੋਈਆਂ ਨੇ ਇੰਪਰੂਵਮੈਂਟ ਵਾਸਤੇ 300 ਦੇ ਕਰੋੜ 300 ਕਰੋੜ, ਇਹ ਨਹੀਂ ਪਤਾ ਲੱਗਦਾ, ਲੈਜਰ ਹੀ ਹੈ ਨਹੀਂ, ਡੇਲੀ ਰਿਕਾਰਡ ਹੀ ਹੈ ਨਹੀਂ, ਆਡਿਟ ਹੀ ਹੈ ਨਹੀਂ। ਹੁਣ ਤੁਸੀਂ ਸਪੋਕਸਮੈਨ ਚਲਾਉਂਦੇ ਹੋ, ਤੁਹਾਡਾ ਕਿੰਨਾ ਪੈਸਾ ਆਇਆ ਕਿੰਨਾ ਗਿਆ ਡੇਲੀ ਹੁੰਦਾ, ਇੱਕ ਮੰਥਲੀ ਹੁੰਦਾ, ਹੈ ਹੀ ਨਹੀਂ। ਲੋਕਾਂ ਨੇ ਆਪਣੀ 70 ਅਕਾਊਂਟ ਕਰਾ ਕੇ ਆਪਣੀਆਂ ਭਾਬੀਆਂ ਦੇ ਨਾਂ ਪੈਸੇ ਜਮ੍ਹਾਂ ਕਰਾਏ, ਆਡਿਟ ਕਰਾਉਣ ਵਾਲੇ ਨੂੰ ਬੁਲਾਇਆ, ਉਹਨੂੰ ਪੈਸੇ ਨਹੀਂ ਦਿੱਤੇ ਅੱਜ ਤੱਕ, ਦੜਾਤੇ, ਸਮਝਦੇ ਆ। ਇਹ ਸਿਸਟਮ ਹੈ। ਇਹ ਕਹਿੰਦਾ ਪਰਦਾ ਨਾ ਉਠਾਓ, ਪਰਦਾ ਜੋ ਉੱਠ ਗਿਆ ਤਾਂ ਫਿਰ ਹਾਏ ਤੋਬਾ, ਉਠਾਤੇ ਸਾਰੇ ਪਰਦੇ, ਚੱਕਤੇ ਸਾਰੇ ਇਹ ਘੂੰਗਟ ਜਿਹੜੇ ਨੇ ਨਾ। ਸਿੱਧੂ ਜੀ ਮੇਰੀ ਗੱਲ ਦੱਸੋ, ਜਦ ਤੁਸੀਂ ਇਲੈਕਸ਼ਨਾਂ ਲੜੀਆਂ ਤੁਸੀਂ ਇਹ ਸਿਸਟਮ ਨੂੰ ਥੋੜਾ ਜਾਣਦੇ ਸੀ ਕਿ ਸਿਸਟਮ ਹੈਗਾ? ਬਿਲਕੁਲ ਜਾਣਦਾ ਸੀਗਾ, ਔਰ ਮੈਂ ਪਰ ਤੁਸੀਂ ਇਸ ਸਿਸਟਮ ਦੇ ਹੇਠ ਇਲੈਕਟ ਲੜੀ। ਮੈਂ ਕਿਹਾ ਇਹ ਸਿਸਟਮ ਬੰਦ ਹੁੰਦਾ ਹੈ, ਇੰਡੀਪੈਂਡੈਂਟ ਮਿਨਿਸਟਰੀ ਦਿਖਾ ਮੈਨੂੰ ਕਿੱਥੇ, ਸਟੈਂਡਿੰਗ ਆਰਡਰ ਆਉਂਦਾ, ਇਹ ਫਾਈਲ ਸੀਐਮ ਕੋਲ ਜਾਏਗੀ, ਤੁਸੀਂ ਨਹੀਂ ਕੋਈ ਕਰ ਸਕਦੇ, ਕਹਿੰਦੇ ਨੇ ਇਹ ਹੋਊਗਾ। ਤੇ ਮੈਂ ਤੈਨੂੰ ਕਿਹਾ ਨਾ ਕਿ ਲੈਜਿਸਲੇਚਰ ਦੀ ਕਿਹੜੀ ਪਾਵਰ ਰਹੇਗੀ? ਜਿਹੜਾ ਟੰਗਾ ਥੱਲੋਂ ਲੰਘ ਜੇ ਉਹ ਠੀਕ ਹੈ, ਜਿਹੜਾ ਸਵਾਲ ਕਰੇ ਉਹ ਗੱਦਾਰ ਆ, ਜਾਂ ਉਹਦੇ ਤੇ ਉਹਨੂੰ ਡਰਾਵਾਂਗੇ। ਤੁਸੀਂ ਇਸ ਦੇ ਬਾਵਜੂਦ ਵੀ ਹਾਲ ਵਿੱਚ ਤੁਸੀਂ ਲੰਚ ਡਿਪਲੋਮੇਸੀ ਹੋਈ, ਮੈਂ ਕਿਹਾ ਇਹ ਸਟੋਰੀ ਮੈਂ ਆਉਂਗਾ ਨਾ, ਇੱਥੇ ਵੀ ਆਊਂ, ਨਜ਼ਾਰਾ ਤਾਂ ਦੇਖ, ਮੈਂ ਤੈਨੂੰ ਮੈਂ ਕਹਿੰਦਾ ਪੋਤੜੇ ਤੋਂ ਖੋਲ, ਪੋਤੜੇ ਖੋਲ ਲੂੰ। ਫਿਰ ਮੈਂ ਇਹ ਕਿਹਾ ਵੀ ਭਾਈ, ਇਹ ਕਹਿੰਦੇ ਜੀ ਸਿਸਟਮ ਕਹਿੰਦਾ ਦੱਬਾਂਗੇ, ਕੁਛ ਨਹੀਂ ਕਰਦੇ। ਹੱਕ ਕਮੇਟੀ, ਇਤਿਹਾਸ ਗਵਾਹ ਹੈ, ਘੰਟਿਆਂ ਦੇ ਘੰਟੇ 5 ਮੰਤਰੀ ਰეკਮੈਂਡੇਸ਼ਨਾਂ ਵੀ ਕਿਸਾਨੀ ਹੈ ਖੜੀ ਹੁੰਦੀ ਹੈ, ਆਹ ਕਰੀਏ ਆਪਾਂ। ਤੁਸੀਂ ਕਰਜ਼ਾ ਮਾਫ ਕਰਨ ਨੂੰ ਕਿਹਾ ਜੀ, 90,000 ਕਰੋੜ ਦੀ ਗੱਲ ਕੀਤੀ, ਤੁਸੀਂ ਸਤਲੁਜ ਤੋਂ ਪਹਿਲਾਂ ਕੁਛ ਕਹਿੰਦੇ ਹੋ ਤੇ ਬਿਆਸ ਤੋਂ ਬਾਅਦ ਕੁਛ ਕਹਿੰਦੇ ਹੋ। 90,000 ਕਰੋੜ ਮਾਫ ਕਰਨ ਨੂੰ ਕਿਹਾ ਜੀ, ਉਹ 1,10,000 ਹੋ ਗਿਆ, ਤੁਸੀਂ 4,000 ਕਰੋੜ ਰੁਪਏ ਦਿੱਤਾ, ਕੀਤਾ ਕੀ ਹੈ? ਕਿਹਾ ਕਿਉਂ ਸੀ? ਫਿਰ ਬੰਦੇ ਨੂੰ ਆਪਦੀ ਚਾਦਰ ਦੇਖ ਕੇ ਪੈਰ ਪਸਾਰਨਾ ਪੈਂਦਾ ਨਾ। ਅਰੇ ਪਾਰਟੀ ਸਫਰ ਕਰੂਗੀ ਕਿ ਨਹੀਂ ਕਰੂਗੀ? ਹੈ ਇਹ ਕੀ ਉਹ ਹੋਈ ਭਾਈ? ਕਰਜ਼ਾ ਚੜਨ ਕਿਉਂ ਦਿੰਦੇ ਹੋ? ਸਵਾਲ ਤੇ ਉਹ ਹੈ। ਬਣਾਓ ਕੋਆਪਰੇਟਿਵ, ਰੱਖੋ ਦਾਮ ਦੂਪਤ ਵੀ, ਲੱਖ ਰੁਪਈਆ ਕਰਜ਼ਾ ਲਵੇ ਕਿਸਾਨ 2 ਲੱਖ ਤੋਂ ਬਾਅਦ ਵਾਪਸ ਨਾ ਮੋੜੇ। ਸਰ ਛੋਟੂ ਨਾਮ ਦਾ ਐਕਟ ਹੈ, ਉਹਦੇ 'ਚ ਟ੍ਰਿਬਿਊਨਲ ਬਣਾਓ, ਸਮਝੇ ਨਹੀਂ? ਇੱਕ ਕੋਆਪਰੇਟਿਵ ਨੂੰ ਕਲਚਸ ਚੋਂ ਕੱਢੋ, ਕਿਸਾਨਾਂ ਨੂੰ ਦਿਓ, ਕੋਲਡ ਸਟੋਰੇਜ ਦਿਓ। 3 ਰੁਪਏ ਕਿਲੋ ਟਮਾਟਰ ਜਿੱਦਣ ਕਿਸਾਨ ਵੇਚਦਾ, ਸ਼ਾਮ ਨੂੰ ਪਰਚੂਨ ਦੀ ਦੁਕਾਨ ਤੇ 25 ਦਾ ਵੇਚਦਾ। 2 ਮਹੀਨੇ ਬਾਅਦ ਅਗਰ ਉਹਨੇ ਲੈਣਾ ਹੋਵੇ 60 ਦਾ ਖਰੀਦਦਾ ਉਹ। ਕਿਉਂ? ਕਿਉਂਕਿ ਉਹਦੇ ਕੋਲ ਸਟੋਰੇਜ ਹੈ ਨਹੀਂ। 5 ਪਿੰਡਾਂ ਦੀ ਸਟੋਰੇਜ ਬਣਾਓ। ਕਰਦਾ ਨਹੀਂ ਕਿਹਾ, ਕਰਨਾ ਕਿਹਨੇ ਹੈ? ਸਿਸਟਮ ਕਹਿੰਦਾ ਨਹੀਂ ਹੈ। ਉਹ ਮੈਂ ਕਿਹਾ 6 ਫੁੱਟ 4 ਇੰਚ ਦਾ ਡਰਾਉਣਾ ਟੰਗੋ, ਜਿਹੜਾ ਚਿੱਟਾ ਵੇਚਦਾ ਸੀ, ਡਰੱਗਸ ਵਾਲਿਆਂ ਦੇ ਨਾਲ ਰਾਤ ਨੂੰ ਸੌਂਦਾ ਸੀ, ਸੱਤਾ ਪਿੰਡੀ, ਜਿਹਨੂੰ ਭੋਲਾ ਚੀਕਾਂ ਮਾਰ ਕੇ ਸੜਕਾਂ 'ਤੇ ਖੜ ਕੇ ਕਹਿੰਦਾ ਵੀ ਸੰਤਾ ਇਹਨੂੰ ਲਾਇਆ, ਸੰਤਾ ਪਤਾ ਹੀ ਨਹੀਂ ਸੀ ਇਹ ਕੀ ਹੈ। ਸਿੰਥੈਟਿਕ ਡਰੱਗ ਤਾਂ ਪੰਜਾਬ ਨੂੰ ਵੀ ਨਹੀਂ ਪਤਾ। ਇਹ ਆਈਡੀਆ ਸੁਣਨਾ। ਫਿਰ ਉਹ ਜਿਹੜਾ ਬਿੱਟੂ ਔਲਖ ਸੰਧੂ ਤੇ ਜਿਹੜੀ ਤੁਸੀਂ ਰਿਪੋਰਟ, ਉੱਥੇ ਆ ਰਿਹਾ ਮੈਂ, ਬਿੱਟੂ ਔਲਖ ਕਹਿੰਦਾ ਅਸੀਂ ਤਾਂ ਜ਼ਿੰਮੇਵਾਰੀ ਨਹੀਂ, ਸਾਨੂੰ ਤਾਂ ਲਿਆਈਏ ਸੀ। ਫੈਕਟਰੀ ਦਾ ਵੀ ਇਹਨੇ ਕਿਹਾ, ਮਾਈਨਿੰਗ ਵੀ ਇਹੀ ਕਰਦਾ, ਇਹ ਸਾਰਾ ਪੈਸਾ ਨਾਲ ਰਲਿਆ ਹੋਇਆ। ਹਰਪ੍ਰੀਤ ਸਿੱਧੂ ਦੀ ਰਿਪੋਰਟ 'ਚ ਹੈ। ਹਰਪ੍ਰੀਤ ਸਿੱਧੂ ਨੇ ਰਿਪੋਰਟ ਬਣਾਈ, ਪਹਿਲਾਂ ਉਹਦਾ ਰੰਜਨ ਸਿੰਘ ਦੀ ਟ੍ਰਾਂਸਫਰ ਕਰਤੀ। ਕੌਣ ਨੇ ਇਹ? ਇਸ ਸਿਸਟਮ ਦੇ ਥਰੂ ਚੱਲਦੇ ਨਾ, ਠੀਕ ਹੈ। ਫਿਰ ਉਹ ਤੋਂ ਬਾਅਦ ਐਸਟੀਐਫ ਬਣਾਤੀ। ਉਹ ਇਮਾਨਦਾਰ ਬੰਦਾ ਸੀ, ਉਹਨੇ ਠੋਕ ਕੇ ਰਿਪੋਰਟ ਲਿਖਤੀ, ਨਾਲ ਉਹਨੇ ਸਾਰੀ ਈਡੀ ਦਾ ਉਹ ਲਾਤਾ ਤੇ ਉਹਨੇ ਹਾਈ ਕੋਰਟ ਦਰਜ ਕਰਾਤੀ। ਪਈ ਹੈ, ਕੋਈ ਹਿਲਾਇਆ ਨਹੀਂ। ਕਿਸੇ ਪੰਜਾਬੀ ਨੇ, ਸਾਡੇ ਵਰਗੇ ਨੇ, ਉਹਨੇ ਜਾ ਕੇ ਬੂਹਾ ਖੜਕਾਇਆ ਹਾਈ ਕੋਰਟ ਦਾ। ਹਾਈ ਕੋਰਟ ਕਹਿੰਦਾ ਐਕਸ਼ਨ ਲਓ, ਐਕਸ਼ਨ ਲਓ। ਐਡਵੋਕੇਟ ਜਨਰਲ ਕਹਿੰਦਾ ਅਸੀਂ ਸਿਸਟਮ ਕੋ ਭੇਜਤੀ। ਸਿਸਟਮ ਕਹਿੰਦਾ ਇਹ ਤਾਂ ਪੜ੍ਹੀ ਪੜ੍ਹੀ ਨਹੀਂ। ਜਿਸ ਮੁੱਦੇ ਦੇ ਉੱਤੇ ਅਸੀਂ ਇਲੈਕਸ਼ਨ ਜਿੱਤ ਕੇ ਆਏ, ਉਹ ਰਿਪੋਰਟ ਪੜ੍ਹੀ ਨਹੀਂ। ਲੱਖਾਂ ਮਾਵਾਂ ਦਵਾਈ ਪਾਉਂਦੀਆਂ ਨੇ, ਰੂਹਾਂ ਉਹਨਾਂ ਦੀਆਂ ਕੁਰਲਾਉਂਦੀਆਂ ਨੇ, ਪੜ੍ਹੀ ਨਹੀਂ। ਹਰ ਰੋਜ਼ ਖੜ ਕੇ ਕਹਿੰਦਾ ਸੀ, ਹਰ ਰੋਜ਼ ਸੁੱਖੀ ਭਾਈ ਨਾਲ ਉੱਥੇ ਜਾ ਕੇ ਉਹਨੂੰ ਮਾਝੇ ਦਾ ਜਨਮ ਉੱਥੇ ਕਿਹਾ ਵੀ ਆ ਡਰੱਗਸ ਦੀ ਲੜਾਈ ਚੱਲਦੀ ਰਹੂਗੀ, ਐਂਡ ਤੱਕ ਆਵਾਜ਼ ਚੱਕਦਾ ਰਹੂੰਗਾ। ਭਾਗ ਸਿੰਘ ਰੋਂਦਾ ਸੀ, ਕਹਿੰਦਾ ਬੇਟਾ ਮੈਂ ਐਡੇ ਐਡੇ ਮੁਕੱਦਮੇ ਝੇਲੇ, ਐਡੇ ਐਡੀਆਂ ਜੰਗਾਂ ਲੜੀਆਂ, ਜਾ ਕੇ ਟੈਂਕਾਂ ਦੇ ਮੂਹਰੇ ਖੜ ਕੇ ਕਹਿੰਦਾ, ਪਰ ਆਪਣਾ ਪੋਤਾ ਨਾਲ ਹੀ ਜਿਗਰੇ ਨਹੀਂ ਦੇਖ ਸਕਦਾ ਮੈਂ। ਮੌਤ ਹੈ ਮੇਰੀ, ਮੈਂ ਨਹੀਂ ਆਊਂਗਾ, ਮੈਂ ਨਹੀਂ ਰਹੂੰਗਾ ਅਗਲੀ ਵਾਰ ਬਰਨਾਲੇ ਦੇ ਪਿੰਡਾਂ 'ਚ, ਸੌਰੀ ਬਟਾਲੇ ਦੇ ਪਿੰਡਾਂ 'ਚ। ਮੇਰੀ ਉਹ ਕੌਂਸਟੀਟਿਊਂਸੀ ਹੁੰਦੀ ਸੀ। ਸਿਸਟਮ ਕਹਿੰਦਾ ਨਹੀਂ, ਪੜ੍ਹਨੀ।
ਇੱਕ ਮਿਨਿਸਟਰ ਪ੍ਰੈਸ ਕਾਨਫਰੰਸ ਕਰ ਰਿਹਾ, ਇੱਕ ਨੈਸ਼ਨਲ ਟੈਲੀਵਿਜ਼ਨ ਚੀਕਾਂ ਮਾਰਦਾ ਹੈ। ਪਰ ਉਹ ਸਾਡੀ ਆਤਮਾ ਦੀ ਆਵਾਜ਼ ਹੈ ਭਾਈ। ਗੁਰੂ ਘਰ ਸੌਣਾ ਬਾਬੇ ਦਾ ਨਾਮ ਜਪਦਾ, ਉੱਠਦਾ ਬਾਬੇ ਦਾ ਨਾਮ ਜਪਦਾ, ਕੋਈ ਪ੍ਰਮਾਣ ਦੇਣ ਦੀ ਲੋੜ ਨਹੀਂ। ਜਿਹੜਾ ਸੱਚਾ ਹੁੰਦਾ ਉਹਦੀ ਰੂਹ ਚੋਂ ਆਵਾਜ਼ ਨਿਕਲਦੀ ਹੈ। ਹੁਣ ਸੁਣਨਾ, ਕਿਆ ਇਨਸਾਫ ਦੇ। ਅੱਜ ਤੱਕ ਕਦੇ ਵੋਟਾਂ ਨਹੀਂ ਮੰਗੀਆਂ, ਕਿਉਂਕਿ ਇਹ ਮੰਨਦਾ ਕਿ ਬਿਨ ਮੰਗੇ ਮੋਤੀ ਮਿਲਦੇ, ਮੰਗ ਕੇ ਭੀਖ ਨਹੀਂ ਮਿਲਦੀ। ਪਰ ਗੁਰੂ ਦੇ ਲਈ ਝੋਲੀ ਅੱਡਣਾ ਮੇਰੇ ਲਈ ਸਭ ਤੋਂ ਵੱਡੀ ਫਖਰ ਦੀ ਗੱਲ ਸੀ। ਉਸ ਤੋਂ ਵੱਡਾ ਫਖਰ ਮੈਨੂੰ ਅੱਜ ਤੱਕ ਨਹੀਂ ਹੋਇਆ ਕਿ ਮੈਂ ਆਪਣੇ ਗੁਰੂ ਲਈ, ਜਿਹਨੇ ਮੈਨੂੰ ਸੇਧ ਦਿੱਤੀ, ਮੇਰੇ ਅੰਦਰ ਬੀਜ ਰੂਪੀ ਸ਼ਕਤੀ ਨੂੰ ਅੰਕੁਰਿਤ ਕੀਤਾ, ਮੈਨੂੰ ਆਪਦੀ ਲੌ ਨਾਲ ਜੋੜਿਆ, ਮੈਨੂੰ ਆਪਦੀ ਲਾਈਟ ਨਾਲ ਜੋੜਿਆ, ਮੈਨੂੰ ਇਹ ਅਹਿਸਾਸ ਦਵਾਇਆ ਮੇਰੇ ਤੋਂ ਕੋਈ ਅੱਡ ਹੈ ਹੀ ਨਹੀਂ ਹੈ। ਉਸ ਗੁਰੂ ਨੂੰ ਜਿਹੜਾ ਮਾਂ ਪਿਓ ਤੋਂ ਲੱਖਾਂ ਗੁਣਾ ਉੱਚਾ, ਉਸ ਗੁਰੂ ਨੂੰ ਜਿਹਨੇ ਜਦੋਂ ਭਾਈ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਦੀ ਪਵਿੱਤਰ ਦੇਹੀ ਦੇ ਉੱਤੇ ਆਪਣਾ ਕਮਰ ਕਸਾ ਪਾਇਆ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ 40 ਪਏ ਨੇ, ਉਹ ਜੇ ਇਹਨਾਂ ਦੇ ਪਾਉਣ ਨੂੰ ਹੈ ਤਾਂ ਪਾਈ। ਉਸ ਗੁਰੂ ਦੀ ਬੇਅਦਬੀ, ਅੰਗ ਖਿਲਾਰ ਕੇ ਸਿੱਟ ਤੇ ਉੱਤੇ ਸਿਆਸਤ ਕਰਨਗੇ, ਮਾਫੀਆਂ ਦਵਾਉਣਗੇ ਹੈਂ, ਵੋਟਾਂ ਖਾਤਰ ਹੈ ਜੀ। ਝੋਲੀ ਅੱਡੀ, ਪ੍ਰੂਫ ਪੇਸ਼ ਕੀਤੇ। ਕੌਣ ਇਹ ਨਹੀਂ ਜਾਣਦਾ ਕਿ ਜਿਹੜੀ ਸੀਸੀਟੀਵੀ ਫੁਟੇਜ ਨਵਜੋਤ ਸਿੱਧੂ ਨੇ ਰਿਲੀਜ਼ ਕੀਤੀ ਸੀ, ਉੱਥੇ ਗਿਆ, ਜਿਹਨਾਂ ਤੇ ਤਸ਼ੱਦਦ ਹੋਈ ਉਹਨਾਂ ਦੇ ਮੂਹਰੇ ਖੜਿਆ, ਉਹਨਾਂ ਨੂੰ ਬੁੱਕਲ ਚ ਲਿਆ। ਜਦੋਂ ਮੈਂ 1.5 ਕਰੋੜ ਰੁਪਈਆ ਲੋਕਾਂ ਤੋਂ, ਆਪਣੇ ਯਾਰਾਂ ਦੋਸਤਾਂ ਤੋਂ ਮੰਗ ਕੇ, ਜਿੰਨੇ ਕਿ ਮੇਰੇ ਕੋਲ ਹੈਗੇ ਹੁਣ, ਮੈਂ ਉਹਨੇ ਖਿਲਾਉਣਾ, ਕਿਸੇ ਤੋਂ ਨਹੀਂ ਕਦੇ ਮੰਗਿਆ। ਔਰ ਗਿਆਨੀ ਦੀ ਚਾਹ ਦੀ ਦੁਕਾਨ ਤੇ ਬਹਿ ਪੋਤਲੇ ਖੋਲ ਦੇਣਗੇ, ਜਿਹਨੇ 20,000 ਲਿਆ ਉਹਨੂੰ 20,000 ਨੂੰ ਦੱਸਦਾ ਅੱਜ ਤੇ ਪੱਲਿਓਂ ਲਾਏ। ਉਹ ਆਏ, ਉਹ ਕਹਿੰਦੇ ਸਿੱਧੂ ਸਾਹਿਬ ਆ 100 ਕੱਟਾ ਅਸੀਂ ਲੈ ਕੇ ਆਏ ਬਰਗਾੜੀ ਤੋਂ। ਉਹ ਫਕਰ ਦੀ ਗੱਲ ਸੀ, ਉਹ 100 ਕੱਟਾ 1 ਲੱਖ ਕੱਟੇ ਵਰਗਾ ਸੀ। ਘਰੇ ਖਾਣਾ ਖਵਾਇਆ, ਰੋਂਦੇ ਸੀ ਕਿ ਸਾਡੇ ਗੁਰੂ ਤੋਂ ਇਨਸਾਫ ਦਵਾ ਦੇ। ਜਿਹੜੇ ਇਹਨਾਂ ਨੇ ਸਾਡੇ ਨਾਲ ਇਹਨਾਂ ਨੇ ਤਸ਼ੱਦਦ ਕੀਤੀ, ਉਹ ਵੀ ਭੁੱਲ ਜਾਣਗੇ। ਪਰ ਇਹ ਤੇ ਕਰਾਓ ਜਾ ਕੇ ਬਠਿੰਡੇ ਠੋਕ ਕੇ ਕਿਹਾ 75-25। ਅੱਜ ਬੱਚੇ ਨੂੰ ਪਤਾ ਹੈ ਕੌਣ ਆ 75-25। ਠੋਕ ਕੇ ਕਿਹਾ ਦੇ ਇਨਸਾਫ। ਫਿਰ ਬਣਾ ਦੀ ਸਿੱਟ। ਮੈਨੂੰ ਐਂ ਦੱਸ ਛੋਟੀ ਭੈਣ, ਆ ਇੱਥੇ ਕੋਈ ਕਤਲ ਦਾ ਮੁਕੱਦਮਾ ਦਰਜ ਹੁੰਦਾ ਹੈ, ਕੌਣ ਦਰਜ ਕਰਦਾ? ਸਿੱਟ ਦਰਜ ਕਰਦੀ। ਥਾਣੇਦਾਰ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਦੇ, ਕੋਰਟਾਂ 'ਚ ਲੈ ਜਾਂਦੇ। 4 ਸਿੱਟਾਂ ਬਣਾਤੀ। ਤੇ ਅੱਜ ਸਿੱਟ ਜਦੋਂ ਕੁਰਸੀ ਖਤਰੇ 'ਚ ਲੱਗੀ ਹੈ, ਸਿੱਟ ਬਣਾਉਣੀ ਆ ਹੁਣ ਐਕਸ਼ਨ ਲਵਾਂਗੇ। ਟੌਪ ਪ੍ਰਾਇਰਟੀ ਮੁੱਦਾ 4.5 ਸਾਲ ਕੁੰਭਕਰਨ 6 ਮਹੀਨਿਆਂ ਬਾਅਦ ਉੱਠਦਾ ਸੀ, ਤੁਸੀਂ 4.5 ਸਾਲ ਬਾਅਦ ਉੱਠੇ ਹੋ। ਨਹੀਂ ਜਿਸ ਦਿਨ ਵਿਧਾਨ ਸਭਾ ਵਿੱਚ ਸਿੱਟ ਦਾ ਅਨਾਉਂਸਮੈਂਟ ਹੋਇਆ ਸੀ, ਉਦੋਂ ਸਾਰੀ ਕਾਂਗਰਸ ਚੁੱਪ ਕਿਉਂ ਰਹੀ? ਮੈਂ ਕਿਹਾ ਕੋਈ ਨਹੀਂ ਚੁੱਪ ਰਿਹਾ। ਮੈਂ ਕਿਹਾ ਮੈਂ ਅੱਜ ਵੀ ਤੇ ਉਦੋਂ ਵੀ ਇਹ ਸਵਾਲ ਕਰਦਾ ਸੀ। ਨਹੀਂ ਔਰ ਹਮੇਸ਼ਾ ਮੈਂ ਕਹਿੰਦਾ ਉਸ ਤੋਂ ਬਾਅਦ ਇਮੀਡੀਏਟਲੀ ਬਾਅਦ ਦੇਖੋ ਮੇਰੀ ਪ੍ਰੈਸ ਕਾਨਫਰੰਸ, ਇਹ ਭੁੱਲ ਜਾਂਦੇ ਆ, ਯਾਦ ਕਰਾਉਣਾ ਪੈਂਦਾ, ਠੋਕ ਕੇ ਯਾਦ ਕਰਾਇਆ। ਔਰ ਉਦੋਂ ਬਾਅਦ ਜਦੋਂ ਇਹਨਾਂ ਨੇ ਕਿਹਾ ਨਾ ਕਿ ਜੀ ਲਾਸਟ 6 ਮਹੀਨੇ 'ਚ ਕਰਾਂਗੇ, ਇਲੈਕਸ਼ਨ ਦਾ ਮੁੱਦਾ ਬਣਾਉਂਗੇ, ਫਿਰ ਮੈਂ ਕਿਹਾ ਹੁਣ ਮੇਰੀ ਨਾ ਹੈ। ਇਹ ਕਹਿੰਦਾ ਨੋ, ਮੈਂ ਕਿਹਾ ਹੁਣ ਮੈਂ ਨਾ। ਸਿਸਟਮ ਨੇ ਲਿਖ ਕੇ ਲਾਇਆ ਰੀਨਿਊਏਬਲ એનર્ਜੀ, ਮਿਨਿਸਟਰ ਫॉर ਪਾਵਰ ਐਂਡ ਰੀਨਿਊਏਬਲ એનર્ਜੀ ਨਵਜੋਤ ਸਿੰਘ ਸਿੱਧੂ ਮੇਰੇ ਦਫ਼ਤਰ ਦੇ ਬਾਹਰ ਲਾਤਾ। ਮੈਂ ਕਿਹਾ ਨਹੀਂ, ਜਿਸ ਸਿਸਟਮ ਨੇ ਅੰਮ੍ਰਿਤਸਰ, ਪੰਜਾਬ ਔਰ ਪੰਜਾਬੀਅਤ ਦੇ ਹਰ ਭਲੇ ਦਾ ਪ੍ਰਸਤਾਵ ਠੁਕਰਾ ਦਿੱਤਾ, ਮੈਂ ਉਹਨੂੰ ਠੋਕਰ ਮਾਰਦਾ। ਔਰ ਉਸ ਤੋਂ ਬਾਅਦ ਠੀਕ ਹੈ ਨਾ, ਘਰੇ ਆਇਆ, ਦਿਨ ਰਾਤ ਸੁੱਤਾ ਨਹੀਂ ਸੀ, ਜਾਗਦਾ ਸੀ ਔਰ ਹਰ ਘੰਟੇ ਕੰਮ ਕਰ ਰਿਹਾ ਸੀ। ਇੱਕ ਚੀਜ਼ ਆ ਮੇਰਾ ਭਤੀਜਾ ਇਹਦੇ ਨਾਲ ਡਿਸਕਸ ਕਰ, ਸਵੇਰੇ ਰਾਤਾਂ ਜਾਗ ਚਿੰਤਨ ਕੀਤਾ, ਮੰਥਨ ਕੀਤਾ। ਜਦੋਂ ਮੰਥਨ ਕਰਦਾ ਨਾ, ਮਧਾਣੀ ਨਾਲ ਰਿਗੜਦੇ ਨਾ ਐ ਕਰਕੇ ਆਪਾਂ, ਤੇ ਮੱਖਣ ਨਿਕਲਦਾ ਨਾ ਬਾਹਰ, ਐ ਪਾਣੀ ਨੂੰ ਰਿੜ ਕੇ ਨਹੀਂ, ਦੁੱਧ ਨੂੰ ਰਿੜ ਕੇ। ਉਹ ਘਸੜੇ ਖਾ ਕੇ, ਉਹ ਧੱਕੇ ਖਾ ਕੇ, ਉਹ ਮੁਸੀਬਤਾਂ ਨੂੰ ਝੇਲ ਕੇ ਸੁਰਖਰੂ ਹੋਏ, ਕੰਟੈਂਪਲੇਟ ਕਰਕੇ ਇੱਕ ਐਸੀ ਚੀਜ਼ ਨਿਕਲੀ ਬਾਹਰ ਮੱਖਣੀ ਬਣ ਕੇ। ਪੰਜਾਬ ਨੂੰ ਇਹ ਨਿਸ਼ਕਰਸ਼ ਨਿਕਲਿਆ, ਪੰਜਾਬ ਨੂੰ ਨਾ ਗੁਜਰਾਤ ਮਾਡਲ ਚਾਹੀਦਾ, ਨਾ ਦਿੱਲੀ ਮਾਡਲ ਚਾਹੀਦਾ, ਪੰਜਾਬ ਨੂੰ ਪੰਜਾਬ ਮਾਡਲ ਚਾਹੀਦਾ। ਬਾਬੇ ਨਾਨਕ ਦੇ 13 ਤੋਂ ਇੰਸਪਾਇਰਡ 13 ਪੁਆਇੰਟਾਂ ਦਾ, ਉਹਨਾਂ ਦੀ ਚਰਨਾਂ ਦੀ ਧੂੜੀ ਨੂੰ ਲਾ ਕੇ ਮੱਥੇ ਤੇ, ਜਿਹਨੇ ਕਰਤਾਰਪੁਰ ਸਾਹਿਬ ਖੁਲਵਾਇਆ, ਉਸ ਗੁਰੂ ਦੀ ਧੂੜੀ ਮੱਥੇ ਤੇ ਲਾ ਕੇ 13 ਪੁਆਇੰਟਾਂ ਦਾ ਲੋਕਾਂ ਦੇ ਕੋਲ ਲਿਜਾਊਂ। ਇੱਕ ਸਵਾਲ ਪੁੱਛਦੇ ਹਾਂ ਇੱਥੇ, ਨਹੀਂ ਮੇਰੇ ਇੱਕ ਸਵਾਲ ਪੁੱਛ, ਤੁਸੀਂ ਕਿਹਾ ਮੈਂ ਮਰਨ ਵਰਤ ਤੇ ਬੈਠ ਗਿਆ ਜਦ ਬਾਦਲ ਸਾਹਿਬ ਦੇ ਟਾਈਮ ਤੇ ਬੈਠਿਆ ਨਹੀਂ, ਮੈਂ ਕਿਹਾ ਮੈਂ ਕੱਲ ਮਰਨ ਵਰਤ ਤੇ ਬੈਠ ਰਿਹਾ। ਇੱਕ ਦਿਨ ਪਹਿਲਾਂ ਰਾਤ ਨੂੰ ਮੈਸੇਜ ਆਉਂਦਾ, ਨਹੀਂ
ਉਦੋਂ ਜੇਟਲੀ ਜੀ ਤੁਹਾਡੇ ਨਾਲ ਗੱਲ ਸੀ। ਮੈਂ ਅੱਜ ਇਹ ਪੁੱਛਦੀ ਹਾਂ, ਅੱਜ ਹਾਈ ਕਮਾਂਡ ਨੂੰ ਤੁਸੀਂ ਕੁਝ ਵੀ ਕਹਿ ਦਿਓ ਕਿ ਤੁਹਾਡੀ ਦਿੱਲੀ ਤੋਂ ਬਿਕੋਜ਼ ਕਾਂਗਰਸ ਦਾ ਵੀ ਹਾਈ ਕਮਾਂਡ ਹੈ, ਹਾਈ ਕਮਾਂਡ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਇਹ ਮੁੱਦੇ, ਇਹ ਵਾਅਦੇ, ਪ੍ਰਸ਼ਾਂਤ ਕਿਸ਼ੋਰ ਵੀ ਉੱਥੇ ਹੈ, ਉਹਨਾਂ ਨੇ ਇਹ ਵਾਅਦੇ ਕਰਾਏ ਸੀ, ਇਹ ਪੂਰੇ ਨਹੀਂ ਹੋਏ। ਮੇਰੀ ਗੱਲ ਪੂਰੀ ਹੋ ਲੈਣੀ, ਮੈਂ ਹਾਈ ਕਮਾਂਡ ਤੇ ਆਉਣਾ। ਇਸ ਤੋਂ ਅੱਗੇ ਹਾਈ ਕਮਾਂਡ ਸੁਪਰੀਮ ਹੈ, ਜਿਨ੍ਹਾਂ ਨੇ 70 ਸਾਲ ਦੇਸ਼ ਚਲਾਇਆ, ਉਹਨਾਂ ਨੂੰ ਸਭ ਪਤਾ। ਅਸੀਂ ਵੀ ਅਵਗਤ ਕਰਾਉਂਦੇ ਹਾਂ, ਸਮਝੇ ਨਹੀਂ? ਪਰ ਉਹ ਵੀ 450 ਸਾਲ ਤੋਂ ਸੁੱਤੇ ਹੀ ਹੋਏ ਨੇ ਨਾ। ਮੇਰੀ ਗੱਲ ਬਿਲਕੁਲ ਨਹੀਂ। ਇਹ ਕਮੇਟੀ ਕਿਹਨੇ ਬਣਾਈ ਹੈ? ਗੱਲ ਹੁੰਦੀ ਹੈ, ਸਭ ਨਾਲ ਇਨ ਟੱਚ ਨੇ, ਆਪ ਫੋਨ ਕਰਦੇ ਨੇ, ਉਹਨਾਂ ਦੀ ਪਾਰਟੀ ਹੈ। ਇਹ ਰੋਕੂਗਾ? ਇਹ ਕਹਿਣਗੇ ਵੀ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਬੰਦ ਨੇ? ਉਹ ਬੰਦਾ ਕਹੂਗਾ ਜਿਹੜਾ ਜ਼ਮਾਨਤ ਜ਼ਬਤ ਕਰਾ ਕੇ 3 ਇਲੈਕਸ਼ਨ ਹਾਰ ਕੇ 786 ਵੋਟਾਂ ਲੈ ਕੇ ਪਾਰਟੀ ਬਣਾ ਕੇ ਨਵੀਂ ਭੱਜ ਕੇ ਜਾ ਕੇ ਮੈਡਮ ਕੋਲ ਗਿਆ ਸੀ ਉੱਪਰ ਤੇ 6 ਮਹੀਨਿਆਂ 'ਚ ਪ੍ਰਧਾਨ ਬਣ ਗਿਆ ਸੀ, ਇਹ ਰੋਕੂ? ਹੈ ਕੌਣ? ਇਹ ਕਾਂਗਰਸ ਹੈ। ਇਹ ਸਿੱਧੂ ਨੂੰ ਰੋਕੂ? ਤੁਹਾਨੂੰ ਬਾਰ-ਬਾਰ ਨਾ ਮੈਂ ਕਹਿਣਾ ਚਾਹੁੰਦਾ ਇੱਥੇ ਰਾਜੇ ਰਾਣੇ ਮਟਾਤੇ ਸਰਦਾਰ ਪਟੇਲ ਨੇ, ਨਹੀਂ ਤਾਂ 3 ਵਾਰ ਠੁੱਕ ਦੇਣਾ, ਜ਼ਮਾਨਤ ਜ਼ਬਤ ਨਾ ਹੁੰਦੀ। ਕਿਹਨੇ ਬਣਾਇਆ ਫਿਰ? ਹਾਈ ਕਮਾਂਡ ਨੇ ਬਣਾਇਆ। ਮੈਂ ਜਵਾਬ ਦੇ ਰਿਹਾ, ਹਾਈ ਕਮਾਂਡ ਨੇ ਹੀ ਬਣਾਇਆ। ਇੱਕ ਹਾਰੇ ਬੰਦੇ ਨੂੰ, ਜ਼ਮਾਨਤ ਜ਼ਬਤ ਕੀਤੇ ਬੰਦੇ ਨੂੰ, ਉਹੀ ਹਾਈ ਕਮਾਂਡ ਹੈ। ਇਹ ਹਾਈ ਕਮਾਂਡ ਨਹੀਂ ਹੈ। ਤੇ ਇਹ ਟਕਸਾਲੀ ਸੀ। ਦੱਸ ਨਾ ਛੋਟੀ ਭੈਣ, ਜਵਾਬ ਦੇ ਨਾ। ਅੱਜ ਮੈਂ ਤੈਨੂੰ ਪੁੱਛਦਾ, ਤੂੰ ਸਾਰੇ ਕਿਹਨੂੰ ਜਵਾਬ ਪੁੱਛਦੀ ਹੈ? ਥੱਕ ਦੇਣੇ, ਦਿਓ ਜੀ ਜਵਾਬ। ਮੈਂ ਪੁੱਛਦਾ, ਦੇ ਜਵਾਬ। ਨਹੀਂ ਦੇ ਨਾ ਤੂੰ ਲੈ ਨਾ ਜਵਾਬ। ਮੈਂ ਲਵਾਂਗੀ। ਉਦੋਂ ਮੈਂ ਨਹੀਂ ਬੋਲਿਆ ਕਿਉਂਕਿ ਉਦੋਂ ਗੱਲ ਗੁਰੂ ਦੀ ਸੀ। ਜਦੋਂ ਕਰਤਾਰਪੁਰ ਸਾਹਿਬ ਵਾਲਾ ਵੀ ਸੀ, ਮੈਂ ਬੋਲਿਆ ਨਹੀਂ ਕਿਉਂਕਿ ਗੱਲ ਗੁਰੂ ਦੀ ਸੀ, ਕਰੋੜਾਂ ਦੇ ਭਲੇ ਦੀ ਸੀ। ਮੇਰਾ ਕੋਈ ਰਿਐਕਸ਼ਨ ਨਹੀਂ ਸੀ। ਮੈਂ ਗੁਰੂ ਦੀ ਗੱਲ ਕਰ। ਜਿਹੜਾ ਬੰਦਾ ਝੂਠਾ ਹੁੰਦਾ ਹੈ, ਜਿਹੜਾ ਬੰਦਾ ਗੱਲ ਤੇ ਮੁੱਕਰਦਾ ਹੈ, ਉਹਨੂੰ ਡਰ ਹੁੰਦਾ ਹੈ, ਉਹਨੂੰ ਇਨਸਿਕਿਉਰਿਟੀ ਹੁੰਦੀ ਹੈ। ਜਿਹੜਾ ਬੰਦਾ ਵਚਨਾਂ ਦਾ ਪੱਕਾ ਹੁੰਦਾ ਨਾ, ਸਾਰੇ ਅੰਮ੍ਰਿਤਸਰ 'ਚ ਜਾ ਕੇ ਪੁੱਛ ਕੇ ਸਿੱਧੂ ਅੰਮ੍ਰਿਤਸਰ ਛੱਡੂ? ਕਿਸੇ ਨੂੰ ਪੁੱਛ। ਅੱਜ ਅੰਮ੍ਰਿਤਸਰ ਦੇ ਲੋਕ ਤੁਹਾਨੂੰ ਕਿਉਂ ਲੱਭ ਰਹੇ ਨੇ? ਮੈਂ ਕਿਹਾ ਮੇਰੀ ਗੱਲ, ਇੱਕ ਬੰਦਾ ਕੋਈ ਲਾ ਦੇ, ਇਹਦੇ ਪੋਸਟਰ ਲੱਗਣ ਵਾਲੇ ਜਿੱਤ ਜੂ। ਕੋਈ ਪੋਸਟਰ ਲਾ ਕੇ ਜਿੱਤਦਾ? ਪੋਸਟਰ ਦਿਲ 'ਚ ਹੋਣੇ ਚਾਹੀਦੇ ਆ। 5 ਇਲੈਕਸ਼ਨ ਇਹਨੇ ਜਿਤਾਇਆ ਮੈਨੂੰ, ਮੈਂ ਜਿਤਾਇਆ ਆ ਕੇ ਇੱਥੇ। ਲੋਕਾਂ ਨੂੰ ਇਹ ਕੰਪੇਨ ਕਿਉਂ ਕਰਾਉਂਦੇ? ਕੰਪੇਨ ਅੱਜ ਕਿਉਂ ਯਾਦ ਆਈ? ਮੈਂ ਹੁਣ ਤਾਂ ਉੱਥੇ ਆਣਾ ਕਿ ਜੀ ਚਾਹ ਤੇ ਗਏ ਸੀ, ਫਿਰ ਸਿਸਟਮ ਜਾਗਿਆ। ਸਿਸਟਮ ਕਹਿੰਦਾ ਚਾਹ ਪੀਓ ਜੀ। ਮੈਂ ਕਿਹਾ ਮੇਰੇ ਸਰਖਾਬ ਦੇ ਪਰ ਲੱਗੇ ਹੁਣ, ਇਹ 1.5 ਸਾਲ ਬਾਅਦ ਮੇਰੀ ਕਿਉਂ ਯਾਦ ਆ ਗਈ? ਕਿਉਂਕਿ ਇਲੈਕਸ਼ਨ ਆ ਗਈ। ਹੁਣ ਸਿੱਧੂ ਸਾਹਿਬ ਕੰਪੇਨ ਕਰੋ, ਸਾਨੂੰ ਜਿਤਾਓ, ਅਸੀਂ ਮਾਈਨਿੰਗ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਤੁਹਾਨੂੰ ਫਿਰ ਸ਼ੋਅ ਪੀਸ ਬਣਾ ਕੇ ਦਾ ਸ਼ੋਅ ਪੀਸ ਪੰਜਾਬ ਦੇ ਲੋਕ ਫੈਸਲਾ ਕਰਨ। ਜੇ ਤੁਸੀਂ ਕਾਂਗਰਸ ਗੱਲ ਸਮਝਣਾ ਨਹੀਂ, ਤੁਸੀਂ ਜੇ ਤੁਸੀਂ ਕਾਂਗਰਸ ਜੁਆਇਨ ਕੀਤੀ, ਤੁਸੀਂ ਮੈਂ ਕਿਹਾ ਆਪਾਂ ਉੱਥੇ ਆਈਏ ਨਾ। ਫਿਰ ਸਿਸਟਮ ਕਹਿੰਦਾ ਖਾਣਾ ਖਾਓ। ਇੰਨਾ ਹੀ ਥੋੜਾ ਨਾ, ਕੱਲੀ ਚਾਹ ਤੇ ਥੋੜਾ ਨਾ ਮੰਨਦੇ। ਖਾਣਾ ਖਾਓ, ਸਪੈਸ਼ਲ ਵੈਜੀਟੇਬਲ, ਗਾਰਡਨ ਫਰੈਸ਼ ਖਾਓ। ਮੈਂ ਕਿਹਾ ਸੋਨੇ ਦਾ ਵੀ ਕੋਈ ਤਖਤਾ ਦੇ ਦੇ, ਕੋਈ ਕੁਰਸੀ ਦੇ ਦੇ। ਸਿੱਧੂ ਪੰਜਾਬ ਨਾਲ, ਆਪਣੇ ਜ਼ਮੀਰ ਨਾਲ ਸਮਝੌਤਾ ਨਹੀਂ ਕਰੇਗਾ, ਨਹੀਂ ਕਰੇਗਾ। ਗਲਤ ਬੰਦੇ ਨਾਲ ਇੱਕ ਗੁਰੂ ਨੂੰ ਸਿਮਰਨ ਵਾਲੇ 21 ਸਾਲ ਹੋ ਗਏ, ਉਹਦੇ ਨਾਮ ਨੂੰ ਸਵਾਂਸਾਂ ਦੀ ਮਾਲਾ ਨਾਲ ਜਪਦਾ। ਦੂਜੀ ਮਾਲਾ ਨਹੀਂ ਹੈ ਮੇਰੇ ਕੋਲ, ਸਵਾਂਸਾਂ 'ਚ ਜਾਂਦਾ ਗੁਰੂ ਦਾ ਨਾਮ ਤੇ ਸਵਾਂਸਾਂ 'ਚ ਹੀ ਬਾਹਰ ਆਉਂਦਾ। ਉਹ ਅਹਿਸਾਸ ਕਰਾਉਂਦਾ, ਉਹ ਇਹ ਸ਼ਾਸਕ ਭਾਵ ਸਿੱਟਦਾ, ਉਹ ਮੈਂ ਮਟਾਉਂਦਾ। ਤੇ ਉਹ ਕਹਿੰਦਾ ਵੀ ਦੇਖ ਸ਼ਾਸਕ ਭਾਵ ਸਿੱਟ, ਇਹਨਾਂ ਬੱਚਿਆਂ ਦੇ ਵਿੱਚ ਵੀ ਤਾਂ ਦੇਖ ਕੁਛ, ਹਰ ਚੀਜ਼ ਆਪਣਾ ਹੀ, ਮੇਰਾ ਮੇਰੀਆਂ ਬੱਸਾਂ, ਮੇਰੇ ਢਾਬੇ, ਮੇਰੇ ਹੋਟਲ, ਮੇਰਾ। ਤੇ ਉਹ ਜਿਹਨੇ ਕੌਮ ਰਚੀ ਤੇਰਾ ਕਹਿ ਕੇ, ਉਹ ਇਹ ਵਿਚਾਰਧਾਰਕ ਲੜਾਈ ਹੈ ਛੋਟੀ ਭੈਣ, ਕਿਸੇ ਇੰਡੀਵਿਜੂਅਲ ਦੀ ਲੜਾਈ ਨਹੀਂ। ਮੈਨੂੰ 100 ਗੱਲਾਂ ਕੋਈ ਕਹਿ ਦੇਵੇ ਨਿੱਜੀ, ਤੇ ਇਹ ਕੋਈ ਮੇਰਾ ਧੜਾ ਨਹੀਂ। ਮੈਂ ਮੰਨਦੀ ਤੁਹਾਡਾ ਕੋਈ ਧੜਾ ਨਹੀਂ। ਮੈਂ ਉੱਥੇ ਆਦੀ ਹਾਂ, ਇੱਕ ਜੇ ਤੁਸੀਂ ਕਾਂਗਰਸ ਜੁਆਇਨ ਕੀਤੀ, ਤੁਸੀਂ ਕਿਹਾ ਕਿ ਵੀ ਉਹ ਤੁਹਾਨੂੰ ਇਹ ਰਿਕੁਐਸਟ ਕੀਤੀ ਗਈ ਅਸੀਂ 40 ਸੀਟਾਂ ਤੋਂ ਵੱਧ ਨਹੀਂ ਜਿੱਤ ਸਕਦੇ, ਤੁਸੀਂ ਨਾਲ ਨਾ ਆਓ। ਨਹੀਂ ਇਹ ਨਹੀਂ ਕਿਹਾ। ਉਹਨੇ ਕਿਹਾ ਭਾਈ ਇਹ ਖੜਦੇ ਆ ਤੇਰੇ ਨਾਲ 10% ਵੋਟ ਸਵਿੰਗ ਕਰੂ। ਤੇ ਅੱਜ ਵੀ ਹੁਣ ਮੈਂ ਤਾਂ ਨਹੀਂ ਕਰਾਇਆ ਸਰਵੇ, ਕਹਿਣਾ ਹੁਣ ਮੈਂ ਤਾਂ ਨਹੀਂ ਕਰਾਇਆ ਸਰਵੇ। ਤੁਹਾਨੂੰ ਕੋਈ ਅਹੁਦਾ, ਕੋਈ ਡਿਪਟੀ ਸੀਐਮ, ਕੁਝ ਵਾਅਦਾ ਕਿ 17 ਸਾਲਾਂ ਦੀ ਹਿਸਟਰੀ 'ਚ ਮੇਰੇ ਪੋਲੀਟੀਕਲ ਕੈਰੀਅਰ ਦੇ ਵਿੱਚ ਇੱਕ ਅਹੁਦਾ ਕਿਸੇ ਤੋਂ ਮੰਗਿਆ ਹੋਵੇ, ਮੇਰੀ ਰਾਜਨੀਤੀ ਵਿਅਰਥ ਹੈ।
ਅੱਜ ਕਿਉਂ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਲਈ ਨਾਰਾਜ਼ ਔਰ ਘਰ ਬੈਠੇ ਨੇ ਕਿਉਂਕਿ ਉਹਨਾਂ ਨੂੰ ਸੀਐਮ ਜਾਂ ਡਿਪਟੀ ਸੀਐਮ ਨਹੀਂ ਬਣਾਇਆ ਜਾਂਦਾ? ਕਿਉਂਕਿ ਮੁੱਦਿਆਂ ਤੋਂ ਭਟਕਦੇ ਆ, ਮੁੱਦਿਆਂ ਤੋਂ ਭੱਜਦੇ ਆ, ਦੁਮ ਦਬਾ ਤੁਹਾਡੇ ਕੇ ਵੱਲੋਂ ਕੋਈ ਮੈਂ ਕਹਿੰਦਾ ਅੱਜ ਮੈਨੂੰ ਬਿਨਾ ਅਹੁਦੇ ਦੇ ਮੈਂ ਤੇਰੇ ਨਾਲ ਨਹੀਂ ਖੜੂੰਗਾ, ਤੇਰੇ ਮਗਰ ਤੁਰੂੰ। ਲਾ ਐਕਸਾਈਜ਼ ਬਦਲ, ਸ਼ਰਾਬ ਦੀ ਪਾਲਿਸੀ, ਮੈਂ ਤੇਰੇ ਮਗਰ ਤੁਰੂੰ। ਚੱਲ ਬਗੈਰ ਰੂਟਾਂ ਦੇ, ਬਗੈਰ ਪਰਮਿਟਾਂ ਦੇ ਚੱਲਦੀਆਂ ਬੱਸਾਂ ਬੰਦ ਕਰ। 7000 ਰੂਟ ਤੇ 3000 ਪਰਮਿਟ ਹੈ, ਕਰ ਬੰਦ। ਮੈਂ ਤੇਰੇ ਨਾਲ ਤੁਰਦਾ। ਬਗੈਰ ਉਹਦੇ ਜ਼ਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਬਣਾਈ ਲਾਉਂ, ਨਹੀਂ ਤੇ ਸੋਨੇ ਦੀ ਕੁਰਸੀ ਦੇ। ਕੁਰਸੀਆਂ ਨਾਲ ਬੰਦੇ ਹੁੰਦੇ ਆ ਕੁਰਸੀਆਂ ਨੂੰ ਪਾਗਲਾਂ ਵਾਲੇ ਬੰਦੇ ਹੁੰਦੇ। ਕੁਰਸੀਆਂ ਯਾਦ ਰਹਿੰਦੀਆਂ ਨੇ, ਬੰਦੇ ਦੇ ਕਰਮ ਯਾਦ ਰਹਿੰਦੇ ਆ। ਇੱਕ ਗੱਲ ਯਾਦ ਰੱਖੀ, ਇਹ ਕੁਰਸੀਆਂ ਨਾਲ ਕੁਝ ਨਹੀਂ ਮਿਲਦਾ, ਅਹੁਦਿਆਂ ਨਾਲ ਕੁਝ ਨਹੀਂ। ਸਵਾਲ ਅਹੁਦਿਆਂ ਦਾ ਹੈ ਹੀ ਨਹੀਂ, ਮੁੱਦਿਆਂ ਦਾ। ਮੁੱਦੇ ਤੇ ਤਾਂ ਆਉਂਦਾ ਹੀ, ਭਟਕਾ ਦਿੰਦੇ ਆ। ਇਹਨੂੰ ਗਾਲ ਕੱਢਤੀ, ਇਹਨੂੰ ਐ ਕਹਤਾ, ਉਹਨੂੰ। ਮੈਨੂੰ ਤਾਂ ਲੱਗਦਾ ਹੈਂਡਓਵਰ ਹੋ ਰਿਹਾ ਹੈ। 400 ਦੀ ਵੈਕਸੀਨ ਮਤਲਬ ਤੁਸੀਂ 1600 ਦੀ ਵੇਚੋਗੇ, ਔਰ ਫਿਰ ਉਹ ਦੱਸੋਗੇ ਕਿਉਂ? ਨਹੀਂ ਤਾਂ ਬੰਦਾ ਲੁਕੋ ਕੇ ਕਰਦਾ। ਇਹ ਟਵੀਟ ਪੈ ਰਹੇ ਨੇ, ਇਹਦਾ ਮਤਲਬ ਜਿਵੇਂ ਲੰਬੀਓਂ ਬਾਦਲ ਸਾਹਿਬ ਦੇ ਖਿਲਾਫ ਲੜਨ ਗਿਆ ਸੀ ਸਿਸਟਮ। ਕਿਉਂ? ਵੋਟਾਂ ਵੰਡਦੇ ਹੋ 3 ਥਾਂ ਤੇ। ਐਮਐਲਏ ਦੇ ਪੁੱਤਾਂ ਨੂੰ ਨੌਕਰੀ ਦੇ ਦਿਓ। ਕਿਹਨੂੰ ਨੁਕਸਾਨ ਹੋ ਰਿਹਾ? ਵਰਕਰ ਨੂੰ ਨੁਕਸਾਨ ਹੋ ਰਿਹਾ। 10 ਸਾਲ ਜਿਹਨੇ ਕੁੱਟ ਖਾਧੀ ਹੈ, ਅੱਜ ਵੀ ਉਹਨਾਂ ਨੂੰ ਤਿਰਸਕਾਰ ਮਿਲ ਰਿਹਾ। ਘਰਾਂ 'ਚ ਬਹਿ ਗਏ ਉਹ ਨਹੀਂ ਦਿਖੇ। ਉਹਨੂੰ ਛੱਡੋ, ਜਿਹਨੇ ਅਸਲੀ ਸ਼ਹੀਦ ਨੇ, ਜਿਨ੍ਹਾਂ ਨੇ ਘਰਾਂ 'ਚ ਕੋਈ ਕਮਾਉਣ ਵਾਲਾ ਨਹੀਂ, ਉਹ ਨਹੀਂ ਦਿਖੇ। ਕੀ ਆਧਾਰ ਹੈ ਨੌਕਰੀ ਦਾ? ਨਾ ਮੈਂ ਤੁਹਾਨੂੰ ਜਵਾਬ ਦੇਣ ਦੇ। ਕੀ ਆਧਾਰ ਹੈ ਨੌਕਰੀ ਦਾ? ਤਰਸ ਦੇ ਆਧਾਰ ਤੇ ਤਰਸ ਕਿਹਦੇ ਤੇ ਕਰੋਗੇ? ਕਤਾਰ ਦੇ ਵਿੱਚ ਜਿਹੜਾ ਆਖਰੀ ਆਦਮੀ ਖੜਾ ਹੈ, ਜਿਹਦੇ ਕੋਲ ਘਰ ਚਲਾਉਣ ਨੂੰ ਪੈਸੇ ਨਹੀਂ, ਜਾਂ ਕਤਾਰ 'ਚ ਅੱਗੇ ਜਿਹੜਾ ਸਭ ਤੋਂ ਪ੍ਰਿਵਿਲੇਜਡ ਆਦਮੀ ਸੂਟ ਬੂਟ ਪਾ ਕੇ ਖੜਾ ਹੈ, ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਹੈ, ਉਹਨੂੰ ਦਿਓਗੇ? ਮੇਰੀ ਕਹਿਣਾ ਕੋਈ ਨਿੱਜੀ ਉਹ ਥੋੜਾ ਨਾ। ਮੈਂ ਕੱਲ ਵੀ ਮੈਨੂੰ ਜੱਫੀ ਪਾ ਕੇ ਮੈਨੂੰ, ਪਰ ਇਹ ਜਿਹੜੀ ਹੈ, ਇਹ ਸਾਫ਼ ਕਹਿੰਦੀ ਹੈ ਮੈਰਿਟ ਇਜ਼ ਨਾਟ ਆਨਰਡ, ਇਟ ਇੰਪਿੰਜਸ ਐਂਡ ਇੰਪੀਡਸ ਔਨ ਦੀ ਸਪਿਰਿਟ ਆਫ ਦ ਕਨਸਟੀਟਿਊਸ਼ਨ। ਇਹ ਕਨਸਟੀਟਿਊਸ਼ਨ ਦੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬਣਾਏ ਹੋਏ, ਸਾਡੇ ਪੂਰਵਜਾਂ ਦੇ ਰਚੇ ਕਨਸਟੀਟਿਊਸ਼ਨ ਦੇ ਖਿਲਾਫ ਇੱਕ ਸਾਜ਼ਿਸ਼ ਹੈ। ਜੇ ਲੋਕਾਂ ਦੀ ਤਾਕਤ ਲੋਕਾਂ ਤੱਕ ਕਿੱਥੇ ਪਹੁੰਚਦੀ ਹੋਵੇ? ਤੁਸੀਂ ਅੱਜ ਹੁਣ ਸੁਣੋ, ਤੁਸੀਂ ਹੈਂਡਓਵਰ ਦਾ ਕਹਿ ਰਹੇ ਮਤਲਬ ਕੀ? ਮੈਂ ਕਿਹਾ ਮੇਰੀ ਲੜਾਈ ਹੁਣ ਸੁਣੇ, ਲਾਈਨ ਇਹੀ ਚੱਲਣੀ ਹੈ। ਕੁਰਸੀ ਬਚਾਉਣ ਨੂੰ ਕਰਦੇ ਹੋ, ਇਹ ਕੁਰਸੀ ਬਚਾਉਣ ਨੂੰ ਹੈ। ਜਦੋਂ ਆਪਦੀ ਕੁਰਸੀ ਤੇ ਖਤਰਾ ਆਇਆ ਤੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦਿਓ। ਗਰੀਬ ਕਿੱਥੇ ਗਿਆ? ਭੁੱਲ ਗਏ ਉਹਨੂੰ? ਹੈ ਦੇ ਜਵਾਬ। ਹੋਰ ਹੈਂਡਓਵਰ ਕੀ ਹੁੰਦਾ? ਵਿਵਾਰੀ ਹੁਣ ਤੁਸੀਂ ਖੇਡੋ। ਤੁਹਾਡੇ ਕਹਿਣ ਨਾਲ ਅੱਜ ਕਾਂਗਰਸ ਨੂੰ ਆਪ ਵੀ ਕੀਤਾ ਜਾ ਰਿਹਾ ਹੈ। ਮੈਂ ਕਿਹਾ ਇਹ ਵੀਕਨੈਸ, ਇਹ ਸਟਰੋਂਗ ਹੋ ਰਹੀ ਹੈ ਕਾਂਗਰਸ। ਆਪ ਪਹਿਲਾਂ ਆ ਕੇ ਯੂ ਆਰ ਟਾਕਿੰਗ ਟੂ ਮੀ, ਕੀ ਕਹਿ ਰਹੀ ਸੀ ਛੋਟੀ ਭੈਣ? ਤੇ ਜੇ ਤੁਸੀਂ ਕਹਿ ਰਹੇ ਹੋ ਆਮ ਬੰਦਾ ਕੀ ਗੱਲ ਕਰ ਰਿਹਾ? ਇਹੀ ਤਾਂ ਗੇਮ ਹੈ ਵੀ ਇਹੋ ਜਿਹਾ ਕੁਝ ਕਰ ਦਿਓ ਵੀ ਲੋਕੀ ਕਹਿਣ ਯਾਰ ਇਹ ਮਾੜੇ ਦੂਜੇ ਚੰਗੇ, ਤੇ ਹੋਰ ਕੋਈ ਵਿਕਲਪ ਹੀ ਨਾ ਹੋਵੇ। ਐਤਕੀ ਵੱਟ ਕੱਢ ਦੂੰ। ਇਹ ਵਾਰੀਆਂ ਨਹੀਂ ਖੇਡਣ ਦੇਣੀਆਂ। ਸਿੱਧੂ ਜੀ, ਇੱਕ ਗੱਲ ਜੋ ਨਿਕਲ ਕੇ ਆ ਰਹੀ ਹੈ, ਭਾਵੇਂ ਅੱਜ ਕਾਂਗਰਸ ਦੇ ਅੰਦਰੋਂ ਵਿਰੋਧ ਹੋ ਰਿਹਾ ਹੈ, ਕੁਝ ਆਵਾਜ਼ਾਂ ਜਿਵੇਂ ਤੁਹਾਡੀਆਂ ਵਾਲੀਆਂ ਪਹਿਲੇ ਵੀ ਆਉਂਦੀਆਂ ਸੀ, ਪ੍ਰਗਟ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਕਿਹਾ, ਅੱਜ ਹੋਰ ਆਵਾਜ਼ਾਂ ਕੈਬਨਿਟ 'ਚੋਂ ਨਿਕਲ ਕੇ ਆ ਰਹੀਆਂ ਹੈਗੀਆਂ, ਐਮਐਲਏ 'ਚੋਂ ਨਿਕਲ ਕੇ ਆ ਰਹੀਆਂ, ਬਟ ਉਹ ਵੀ ਇਕੱਠੀਆਂ ਨਹੀਂ ਹੈ। ਇੱਕ ਗੱਲ ਨੂੰ ਸਮਝੋ, ਜਦ ਮੈਂ ਇਹ ਕਹਿੰਦਾ ਮੇਰਾ ਕੋਈ ਧੜਾ ਨਹੀਂ, 78 ਪ੍ਰਗਟ ਨਹੀਂ ਕਹਿੰਦਾ ਇਹ ਤੇ ਸਵਾਲ ਇਹ ਹੈ ਵੀ ਜਿਹੜਾ ਇਹਨਾਂ ਨੂੰ ਸਵਾਲ ਕਰਦਾ ਹੈ ਔਰ ਮੁੱਦਿਆਂ ਦੀ ਗੱਲ ਕਰਦਾ ਹੈ, ਉਹ ਇਹਨਾਂ ਨੂੰ ਭੈੜਾ ਲੱਗਦਾ, ਫਿਰ ਉਹਨੂੰ ਡਰਾਉਣਾ ਹੈ। ਮੇਰਾ ਹੀਰੋ ਹੈ ਪ੍ਰਗਟ ਸਿੰਘ। ਲੋਕੀ ਕਹਿੰਦੇ ਸਿੱਧੂ ਦਾ ਬੰਦਾ, ਉਹ ਕਿਸੇ ਦਾ ਬੰਦਾ ਨਹੀਂ, ਪੰਜਾਬ ਦਾ ਬੰਦਾ ਹੈ। ਗੱਲ ਨੂੰ ਸਮਝੋ। ਇਹ ਆਪਦੇ ਆਪ ਦੇ ਵਿੱਚ ਹਿੰਦੁਸਤਾਨ ਦਾ 10 ਸਾਲ ਕਪਤਾਨ ਰਿਹਾ, ਉਹਨੂੰ ਡਰਾਵੇ ਦੇਵੋਗੇ? ਹੈ ਇਹ ਡਰਾਵੇ ਦਿੰਦੇ ਹੁੰਦੇ ਆ ਕਮਜ਼ੋਰ ਆਦਮੀ, ਅਸੁਰੱਖਿਅਤ ਆਦਮੀ, ਇਨਫੀਰੀਓਰਿਟੀ ਕੰਪਲੈਕਸ ਹੁੰਦੇ ਆ ਜਿਨ੍ਹਾਂ ਨੂੰ। ਦਿਲ ਵੱਡਾ ਚਾਹੀਦਾ, ਦਿਲ ਐ ਵੱਡਾ ਚਾਹੀਦਾ। ਮੈਂ ਕਹਿੰਦਾ ਜੋ ਮੈਂ ਕਹਿੰਦਾ ਕਰ ਮਿੱਤਰ ਪਿਆਰਿਆ, ਮਗਰ ਤੁਰਾਂਗੇ, ਮਗਰ ਤੁਰਾਂਗੇ। ਸਵਾਲ ਪੰਜਾਬ ਦੇ ਵਿਕਾਸ ਦਾ, ਪੰਜਾਬ ਦੀ ਸਦਗਤੀ ਦਾ, ਉਸ ਰਾਹ ਦਾ। ਔਰ ਜਿਹੜਾ ਮੈਂ ਮਾਡਲ ਕਹਿਣਾ, ਪੇੜ ਲਾਉਨੇ ਆ ਜਦੋਂ ਆਪਾਂ, ਛੋਟੀ ਭੈਣ, ਤੇ ਜਿਹੜਾ ਪੇੜ ਲਾਉਂਦਾ ਨਾ, ਵ੍ਰਿਖ ਲਾਉਣਾ ਕਿਉਂ ਗੁਰੂ ਸਾਹਿਬ ਨੇ ਕਿਹਾ ਬਹੁਤ ਚੰਗਾ,
ਜ਼ਰੂਰੀ ਨਹੀਂ ਵੀ ਫਲ ਉਹ ਖਾਵੇ। ਮੇਰਾ ਕੋਈ ਕਾਪੀਰਾਈਟ ਨਹੀਂ ਹੈ, ਪੇਟੈਂਟ ਨਹੀਂ ਹੈ, ਇਹ ਗੁਰੂ ਨੇ ਹੀ ਮੈਨੂੰ ਦਿੱਤਾ ਹੈ। ਉੱਥੇ ਕਰਤਾਰਪੁਰ ਵੀ ਮੈਨੂੰ ਡਾਕੀਆ ਬਣਾ ਕੇ ਉਸ ਗੁਰੂ ਦੀ ਚਰਨਾਂ ਦੀ ਧੂੜ ਨੇ ਭੇਜਿਆ ਸੀ। ਇਹਦੇ 'ਚ ਕਾਹਦਾ ਹਉਮੈ ਹੈ? ਇਹਦੇ 'ਚ ਕੀ ਹੈ? ਇਹ ਬੜੀ ਪੁਰਾਣੀ ਪੋਇਮ ਹੈਗੀ ਹੈ, ਟਰੀ ਵਨਸ ਪਲਾਂਟਡ ਇਜ਼ ਗੋਜ਼ ਫॉर ਜਨਰੇਸ਼ਨ। ਗੋਜ਼ ਫॉर ਜਨਰੇਸ਼ਨ, ਇਹੀ ਕਰਨਾ ਹੈ। ਇਹ 25 ਸਾਲ ਪਹਿਲਾਂ ਲਾਇਆ ਹੁੰਦਾ ਨਾ ਛੋਟੀ ਭੈਣ, ਤੇ ਅੱਜ ਆਕਸੀਜਨ ਦੀ ਘਾਟ ਨਾ ਹੁੰਦੀ। ਅੱਜ ਤੁਸੀਂ ਇੱਕ ਬੰਦੇ ਨੂੰ ਬਲੇਮ ਨਾ ਕਰ ਰਹੇ ਹੁੰਦੇ। ਕੀ ਕਸੂਰ ਹੈ ਮਿਨਿਸਟਰ ਦਾ? ਕੀ ਇਨਵੈਸਟਮੈਂਟ ਕੀਤੀ ਹੈ? ਤੁਹਾਡੀ ਸਰਕਾਰ ਸੀ ਜਿਹਨੂੰ 10 ਸਾਲ, ਤੁਸੀਂ ਕਿਹੜੀ ਇਨਵੈਸਟਮੈਂਟ ਕਰਤੀ? ਕਿਹੜੇ ਬੈੱਡ ਲਾਤੇ? ਕਿਹੜੇ ਸਕੂਲ ਐਲੀਵੇਟ ਕਰਤੇ? ਕਿਹੜਾ ਬੱਚਾ ਪੰਜਾਬ ਦੇ ਸਕੂਲਾਂ 'ਚੋਂ ਪੜ੍ਹ ਕੇ IAS ਅਫਸਰ ਬਣ ਗਿਆ ਹੈ? ਇਹ ਕਿਉਂ ਹੈ? ਕਿਉਂਕਿ ਇਹ ਇਨਵੈਸਟਮੈਂਟ ਇਨਕਮ ਦੇ ਨਾਲ ਹੋਊਗੀ ਓਵਰ ਅ ਪੀਰੀਅਡ ਆਫ 25 ਇਅਰਸ। ਦੇਰ ਆਰ ਸਟੇਟਸ ਜਿਹੜੇ 20% ਹੈਲਥ ਦੇ ਵਿੱਚ ਇਨਵੈਸਟ ਕਰਦੇ ਆ, ਪਰ ਜਦੋਂ ਤੁਹਾਡੇ ਕੋਲ ਕਰਜ਼ਾ ਲੈ ਕੇ ਕਰਜ਼ਾ ਲਾ ਰਹੇ ਹੋ, ਇੱਕ ਨੇ 10 ਸਾਲਾਂ 'ਚ 1.5 ਲੱਖ ਕਰੋੜ ਰੁਪਈਆ ਕਰਜ਼ਾ ਚੜਾਤਾ, ਦੂਜੇ ਨੇ 5 ਸਾਲਾਂ ਦੇ ਵਿੱਚ 1.25 ਲੱਖ ਚੜਾਤਾ, ਔਰ ਇਹ ਇਰਰਿਪੇਅਰੇਬਲ ਡੈਮੇਜ ਹੋਊ। ਹੁਣ ਮੈਨੂੰ ਇਹ ਦੱਸ ਛੋਟੀ ਭੈਣ, ਮੈਨੂੰ ਇੱਕ ਲੀਡਰ ਦੱਸ ਜਿਹਦਾ 10 ਕਰੋੜ ਦਾ ਘਰ ਹੋਵੇ, ਉਹਦੇ ਤੇ 500 ਕਰੋੜ ਦਾ ਕਰਜ਼ਾ ਹੋਵੇ, ਉਹ ਰਾਤ ਨੂੰ ਸੌਂ ਜਾਏ, ਦੱਸ ਨਾ। ਮੈਂ ਤਾਂ ਇਹੀ ਆਉਣ ਲੱਗੀ ਸੀ ਕਿ ਅੱਜ ਸਾਡੀ ਤਰਾਸਦੀ ਇਹ ਹੈ ਕਿ ਸਾਡੇ ਜਿਹੜੇ ਆਈਡਲ ਅਸੀਂ ਆਪਣੀ ਜਨਰੇਸ਼ਨ ਲਈ ਛੱਡ ਕੇ ਜਾ ਰਹੇ ਹਾਂ, ਉਹਨਾਂ ਦੇ ਨਾਮ ਹੈਗੇ ਹੈ ਜੱਗੂ ਭਗਵਾਨਪੁਰੀਆ, ਵਿੱਕੀ ਗਾਉਂਡਰ। ਇਹ ਸਿਸਟਮ ਦੇ ਹੀ ਬਣਾਏ ਹੋਏ ਨੇ। ਡੋਂਟ ਬਲੇਮ ਦੈਮ। ਨੌਜਵਾਨ ਜਦੋਂ ਭਟਕਦਾ ਹੈ, ਮਜਬੂਰੀ 'ਚ ਭਟਕਦਾ ਹੈ, ਉਹਦਾ ਸ਼ੌਕ ਨਹੀਂ ਹੈ। ਨਹੀਂ, ਮੈਂ ਮੰਨਦੀ ਹਾਂ, ਮੈਂ ਦੱਸ ਰਿਹਾ ਇਹ ਬਣਾਈ ਸਿਸਟਮ ਨੇ ਹੈ। ਇਹ ਪਹਿਲਾਂ ਇਸਤੇਮਾਲ ਕਰਦੇ ਆ, ਫਿਰ ਬਾਅਦ ਦੇ ਵਿੱਚ ਧੜਾ। ਗੱਲ ਸਮਝੋ। ਇਹ ਇਹਨਾਂ ਨੇ ਮੰਤਰੀ ਪੋਲੀਟੀਕਲ ਲੋਕ ਇਸਤੇਮਾਲ ਕਰਕੇ ਸਿੱਟਦੇ ਪੇਪਰਾਂ ਵਾਂਗੂ, ਤੇ ਇਹ ਤੇ ਵਿਚਾਰੇ ਨੌਜਵਾਨ ਨੇ। ਇਹਦੇ ਵਾਸਤੇ ਮੈਂ ਇਸ ਲਈ ਇਹ ਪੁਆਇੰਟ ਲੈ ਕੇ ਆ ਰਹੀ, ਇਹਦੇ ਵਾਸਤੇ ਇੱਕ ਜੁੱਠ ਸਿਆਸਤ ਚਾਹੀਦੀ ਹੈ। ਇਹਦੇ ਵਾਸਤੇ ਓਪਰਚੁਨਿਟੀ ਚਾਹੀਦੀ ਹੈ। ਬਟ ਸਿਆਸਤ ਓਪਰਚੁਨਿਟੀ, ਮੈਂ ਕੀ ਕਹਿੰਦਾ, ਸਿਰਫ ਓਪਰਚੁਨਿਟੀ ਚਾਹੀਦੀ ਹੈ। ਇਹ ਜਿਹੜੇ ਲੋਕ ਛੱਡ ਕੇ ਜਾਈ ਜਾਂਦੇ ਆ, ਇਹਨਾਂ ਦੀ ਆਤਮਾ ਅੱਜ ਵੀ ਪੰਜਾਬ 'ਚ ਵਸਦੀ ਹੈ। NRIਆਂ ਨੂੰ ਦੇਖੋ, ਉੱਥੋਂ ਮਾਰਦੇ ਆ ਫੋਨ। ਇੱਕ ਜਨਰੇਸ਼ਨ ਅਸੀਂ ਮਿਸ ਕਰ ਜਾਾਂਗੇ ਜੇ ਉਹਨਾਂ ਦੇ ਬੱਚੇ ਵੱਡੇ ਹੋ ਗਏ, ਉਹਨਾਂ ਨੂੰ ਨਹੀਂ ਅਹਿਸਾਸ ਹੋਣਾ। ਸਮਝਦੇ ਹੋ? ਇਹ ਕਿਉਂ ਹੈ? ਕਿਉਂਕਿ ਇੱਥੇ ਓਪਰਚੁਨਿਟੀ ਹੈ ਨਹੀਂ। ਓਪਰਚੁਨਿਟੀ ਪ੍ਰੋਵਾਈਡ ਕਿੱਦਾਂ ਹੋਊਗੀ ਜਦ ਤੱਕ ਸਾਡੇ ਕੋਲ ਇਨਕਮ ਨਹੀਂ ਆਉਂਦੀ? ਇਹੀ ਤੇ ਮਤਲਬ ਜੜ ਹੈ। ਨਹੀਂ, ਇਹਦੇ ਵਿੱਚ ਇਨਕਮ ਆਈ ਅੰਡਰਸਟੈਂਡ ਜੋ ਤੁਸੀਂ ਸਾਰੇ ਪੁਆਇੰਟਸ ਕਿ ਮੈਂ ਮੰਨਦੀ ਹਾਂ, ਪਰ ਉਹਦੇ ਵਾਸਤੇ ਇੱਕ ਹੋਰ ਚੀਜ਼ ਚਾਹੀਦੀ ਹੈ ਕਿ ਇੱਕ ਟੀਮ ਵਰਕ ਚਾਹੀਦਾ। ਮੈਨੂੰ ਇੱਕ ਗੱਲ ਦੱਸੋ, ਇੱਕ ਟੀਮ ਜਦ ਸਰਕਾਰ ਇਕੱਠੀ ਹੋ ਕੇ ਕੰਮ ਨਹੀਂ ਕਰੇਗੀ। ਮੈਨੂੰ ਛੋਟੀ ਭੈਣ, ਜਦੋਂ ਦੋ ਪਰਿਵਾਰ ਹੀ ਇਕੱਠੇ ਹੋ ਕੇ ਕੰਮ ਕਰਦੇ, ਸਰਕਾਰ ਹੈ ਕਿੱਥੇ? ਸਰਕਾਰ ਦਾ ਕੀ ਵਕਾਰ ਹੈ? ਮੈਨੂੰ ਦੱਸ ਨਾ, ਕੀ ਵਕਾਰ ਹੈ ਸਰਕਾਰ ਦਾ? ਜਿਸ ਸਰਕਾਰ ਦੇ ਵਿੱਚ ਚੁਣੇ ਹੋਏ ਨੁਮਾਇੰਦੇ, ਉਹਨਾਂ ਦਾ ਹੀ ਵਕਾਰ ਨਾ ਹੋਵੇ। ਉਹ ਕਹਿਣ ਜੀ DC ਸਾਡੀ ਸੁਣਦਾ ਨਹੀਂ, SSP ਸਾਡੀ ਸੁਣਦਾ ਨਹੀਂ, ਅਫਸਰ ਸਾਡੀ ਸੁਣਦਾ ਨਹੀਂ। ਕੀ ਵਕਾਰ ਰਹਿ ਗਿਆ ਸਰਕਾਰ ਦਾ? ਲੈਜਿਸਲੇਚਰ ਇਜ਼ ਸੁਪਰੀਮ। ਚੀਫ ਸੈਕਟਰੀ ਵਰਗਾ ਹੁੰਦਾ ਹੈ MLA। ਮੈਂ ਹੋਰ ਦੱਸਦਾ ਤੈਨੂੰ, ਚੀਫ ਸੈਕਟਰੀ ਵਰਗਾ ਹੁੰਦਾ ਹੈ। ਇੱਕ MLA ਮੇਰਾ ਛੋਟਾ ਭਾਈ ਹੈ, ਪੰਜਾਬ ਭਵਨ ਗਿਆ, ਉਹਨੂੰ ਕਮਰਾ ਨਹੀਂ ਦਿੱਤਾ, ਚੀਫ ਸੈਕਟਰੀ ਦਾ ਬੁੱਕਡ ਹੈ। ਕੋਈ ਇੱਕ ਅਫਸਰ ਦਾ ਕਿਸੇ ਦਾ ਕੋਈ ਕਸੂਰ ਨਹੀਂ। ਪਰ ਇਹਨਾਂ ਦੋ ਪਰਿਵਾਰਾਂ ਨੇ ਜਵਾਬਦੇਹੀ ਬਣਾ ਲੇ। ਉਹਨਾਂ ਦੀ ਟ੍ਰਾਂਸਫਰ ਉਹੀ ਕਰ ਸਕਦੇ ਆ, ਉਹਨਾਂ ਨੂੰ ਪਲਮ ਪੋਸਟਿੰਗ ਉਹੀ ਦੇ ਸਕਦੇ ਆ। ਉਹ ਇਹਨਾਂ ਦੀ ਸੁਣਨਗੇ ਨਾ, ਉਹਨਾਂ ਦੇ ਹੱਥੋਂ ਉਹਨਾਂ ਨੂੰ ਮਰੂੜ ਲੈਂਦੇ ਆ ਸਾਰਿਆਂ ਨੂੰ। 4.5 ਸਾਲ ਪੂਰੀ ਦੀ ਪੂਰੀ ਕਾਂਗਰਸ ਸਰਕਾਰ ਚੁੱਪ ਕਿਉਂ ਰਹੀ? ਬਿਕੋਜ਼ ਜੋ ਅੱਜ ਨਿਕਲ ਕੇ ਆ ਰਿਹਾ, ਸਿਰਫ ਇਹੋ ਕਿਹਾ ਜਾ ਰਿਹਾ ਕਿ ਅਸੀਂ ਕੱਢਿਆ ਜਾ। ਨਵਜੋਤ ਸਿੱਧੂ ਚੁੱਪ ਸੀ। ਮੈਂ ਆਪਣੀ ਗੱਲ ਕਹਿ ਸਕਦਾ, ਦੱਸ। ਪਰ ਇੱਕ ਟੀਮ ਵੀ ਤਾਂ ਲੀਡ ਕਰਨੀ ਹੈ। ਮੈਂ ਕਿਹਾ ਮੇਰੀ ਗੱਲ ਸੁਣ, ਸਵਾਲ ਇੰਨਾ ਹੀ ਹੈ। ਛੋਟੀ ਭੈਣ, ਜਦੋਂ ਤੁਸੀਂ ਉੱਤੇ ਚੜੋ ਨਾ, ਬੱਸ ਦੇ ਵਿੱਚ ਤਖਤੀ ਲੱਗੀ ਹੁੰਦੀ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਇਨਸਾਨ ਆਪਣੇ ਆਪ ਨੂੰ ਸਿੱਧਾ ਰੱਖੇ। ਬਾਕੀ ਸਾਰੇ ਕੁਲੀਗ ਨੇ, ਮੈਂ ਤਾਂ ਕਹਿੰਦਾ, ਮੈਨੂੰ ਕਹਿੰਦੇ ਜੀ ਇਹ ਸਿੱਧੂ ਧੜਾ ਤੇ ਉਹ ਫਲਾਨਾ, ਇਹ ਵਰਸਿਸ ਕਰ ਦਿੰਦੇ, ਉਹਦੇ 'ਚ ਮੁੱਦਾ ਭੜਕਾ ਦਿੰਦੇ ਆ। ਕਿਹੜਾ ਵਰਸਿਸ? ਨਵਜੋਤ ਸਿੱਧੂ ਦੇ 78 ਦੇ 78 MLA ਭਾਈ ਹੈ ਜਿਹੜੇ ਹਾਰੇ ਵੀ ਹੋਏ ਆ, ਜਿਹੜਾ ਕਾਰਜਕਰਤਾ ਵੀ ਹੈ। ਇੱਕ ਵਰਕਰ ਮੇਰਾ ਹੋਇਆ, ਉਹ ਮੈਨੂੰ ਕੁਛ ਕਹੀ ਹੋਵੇ, ਕਦੇ ਨਵਜੋਤ ਸਿੰਘ ਸਿੱਧੂ ਦੇ ਜ਼ੁਬਾਨ 'ਚੋਂ ਨਿਕਲੇ ਕਦੇ ਕੁਛ? ਬਿਕੋਜ਼ ਆਈ ਫਾਈਟ ਦੀ ਆਪੋਜੀਸ਼ਨ। ਇਹ ਮੇਰੇ ਭਰਾ ਨੇ, ਕੁਛ ਵੀ ਕਹਿਣ, ਕੋਈ ਆਪੱਤੀ ਨਹੀਂ। ਕਿਸੇ ਦੇ ਕਹਿਣ ਨਾਲ ਕੋਈ ਗੰਦਾ ਹੋ ਜਾਂਦਾ। ਅਸਲ ਗੱਲ ਹੈਗੀ ਹੈ ਲੋਕਾਂ ਦੀ। ਇਹ ਕੁਰਸੀ ਦੀ ਲੜਾਈ ਨਹੀਂ ਹੈ। ਮੈਂ ਕਿਹਾ ਜੇ ਇਹਦੇ ਵਿੱਚੋਂ ਕੋਈ ਹਾਈ ਕਮਾਂਡ ਕਿਸੇ ਹੋਰ ਨੂੰ ਕੁਰਸੀ ਤੇ ਬਿਠਾ ਦੇ, ਤੁਸੀਂ ਉਹਦੇ ਨਾਲ ਕੰਮ ਕਰੋਗੇ। ਇੱਕ ਮਿੰਟ 2 ਸਾਲ ਕੁਰਸੀਆਂ ਤੇ ਭਾਈ ਰਹੇ ਸਾਰੇ। ਮੈਂ ਤੇ ਆਪਦੀ ਕੁਰਸੀ ਛੱਡ ਕੇ ਜਿਹਨੂੰ ਮਰਜ਼ੀ ਭਾ ਦਿੰਦੇ। ਮੈਂ ਕੀ ਕਿਹਾ? ਇਹ ਅਹੁਦਿਆਂ ਦੀ ਲੜਾਈ ਨਹੀਂ, ਮੁੱਦਿਆਂ ਦੀ ਲੜਾਈ ਹੈ। ਇਹ ਮੁੱਦਾ ਇੱਥੇ ਆਓ, ਗੱਲ ਕਰਦਾ ਕੋਈ, ਇਹਨੂੰ ਕਹ ਕਰ ਮਾਈਆਂ ਦੀ ਗੱਲ ਕਿਉਂ ਨਹੀਂ ਹੋਇਆ ਵੀ? ਇਹ ਕਿਉਂ ਨਹੀਂ ਹੋਇਆ ਵੀ? ਬੇਅਦਬੀ ਕਿਉਂ ਨਹੀਂ ਹੋਈ ਬਈ? ਪਾਵਰ ਪਰਚੇਜ਼ ਐਗਰੀਮੈਂਟ ਕੀ ਛੁਪਾ ਰਹੇ ਹੋ? ਕੀ ਛੁਪਾ ਰਹੇ ਹੋ? ਜਿਨ੍ਹਾਂ ਲੋਕਾਂ ਨੇ ਸਰਕਾਰਾਂ ਬਣਾ ਕੇ ਦਿੱਤੀਆਂ, ਉਹਨਾਂ ਤੋਂ ਕੀ ਲੁਕੋ ਰਹੇ ਹੋ?
ਇੱਕ ਨੇ ਬਣਾਏ ਦੂਜੇ ਨੇ ਉਦਾਂ ਹੀ ਰੱਖੇ। ਵਾਈਟ ਪੇਪਰ ਖੜੇ ਪੈਰ ਮੁੱਕਰ ਜਾਂਦੇ ਸਿਸਟਮ, ਖੜੇ ਪੈਰ ਮੁੱਕਰਦਾ। ਮਤਲਬ ਵਿਧਾਨ ਸਭਾ 'ਚ ਕਹਿੰਦਾ ਮੈਂ ਵਾਈਟ ਪੇਪਰ ਦੇ ਰਿਹਾ, ਕਿੱਥੇ ਹੈ ਵਾਈਟ ਪੇਪਰ? ਵਾਈਟ ਪੇਪਰ ਦਾ ਮੈਨੂੰ ਲੱਗਦਾ ਇਹਨਾਂ ਦਾ ਮਤਲਬ ਇਹ ਹੈ ਵੀ ਚਿੱਟਾ ਪੇਪਰ ਖਾਲੀ। ਕੀ ਕਿਉਂ ਹੈ? 70,000 ਕਰੋੜ ਰੁਪਏ ਕਰਜ਼ਾ ਚੜੂ, ਬਗੈਰ ਬਿਜਲੀ ਲਏ 6,000 ਕਰੋੜ ਰੁਪਏ ਦਿੱਤੇ, ਕਿਉਂ? ਕਰਜ਼ਾਈ ਹੋਇਆ ਪਿਆ ਪੰਜਾਬ, 32,000 ਕਰੋੜ ਰੁਪਏ ਚੜਾ ਗਏ। ਇਹਨਾਂ ਦੀ ਕੋਠੀ ਤੇ ਕਰਜ਼ਾ ਹੈ, ਇਹਨਾਂ ਦੀਆਂ ਪ੍ਰਾਪਰਟੀਆਂ ਤੇ ਕਰਜ਼ਾ ਹੈ। ਉਹ ਕਿੰਨਾ ਖਾਣਾ ਹੈ? ਸੋਨੇ ਦੀ ਰੋਟੀ ਖਾਣੀ ਹੈ ਹੈ? ਤੁਹਾਡੇ ਤੇ ਕੁਝ ਇਲਜ਼ਾਮ ਵੀ ਲਾਏ ਜਾਂਦੇ ਉਹ ਨਹੀਂ ਮੈਂ ਉਹਨਾਂ ਤੇ ਪੁੱਛਣਾ ਚਾਹੁੰਦੀ ਹਾਂ। ਮੈਂ ਕਿਹਾ ਜੇ ਠਹਿਰ, ਮੈਂ ਤੁਹਾਨੂੰ ਦੱਸਦਾ, ਜਦੋਂ ਕਿਸੇ ਵਿਰੋਧੀ ਨੂੰ ਕੋਈ ਤੋੜਨਾ ਨਾ ਹੋਵੇ ਉਹਦੇ ਇਲਜ਼ਾਮ ਲਾ ਦਿਓ, ਤੇ ਕਿਸੇ ਦੇ ਇਲਜ਼ਾਮ ਲਾਉਣ ਨਾਲ ਕੋਈ ਹੁੰਦਾ? ਲੋਕ ਕੀ ਕਹਿੰਦੇ ਨੇ ਅਲਟੀਮੇਟ ਉਹ ਮੈਟਰ ਕਰਦਾ ਹੈ। ਇਲਜ਼ਾਮ ਤਾਂ ਉਸੇ ਤੇ ਲੱਗਦੇ ਜਿਹੜਾ ਬਹਾਦਰ ਹੁੰਦਾ, ਤਕੜਾ ਹੁੰਦਾ। ਜ਼ਿਕਰ ਉਸਕਾ ਹੋਤਾ ਹੈ ਜਿਸकी ਫਿਕਰ ਹੋती है। याद रखी, when you are criticized you should understand always, ਹਮੇਸ਼ਾ ਸਮਝੋ ਕਿ ਜਦੋਂ ਤੁਹਾਡੀ ਕ੍ਰਿਟਿਸਿਜ਼ਮ ਹੋਵੇ ਤੁਹਾਡੇ ਬਾਰੇ ਹੀ ਗੱਲ ਕਰੇ ਕੋਈ, ਬੜਾ ਕੁਝ ਹੁੰਦਾ। ਇਹਦਾ ਮਤਲਬ ਇਹ ਹੈ ਕਿ ਯੂ ਆਰ ਇੰਪੋਰਟੈਂਟ। ਕਿਉਂਕਿ ਮੈਨੂੰ ਐ ਦੱਸ, ਨਿੰਮ ਦੇ ਪੇੜ ਦੇ ਕੋਈ ਰੋੜਾ ਮਾਰਦਾ? ਅੰਬ ਦੇ ਵੱਜਦੇ ਆ ਨਾ, ਵੱਜਦੇ ਆ ਨਾ। ਇੰਪੋਰਟੈਂਟ ਤਾਂ ਤੁਸੀਂ ਹੋ ਤਦੀ ਡੋਮੀਨੇਟ ਕਰਦੇ ਹੋ। ਮੈਂ ਕਹਿੰਦਾ ਨਹੀਂ ਡੋਮੀਨੇਟ ਮੈਂ ਇਸ ਕਰਕੇ ਨਹੀਂ ਕਰਦਾ, ਮੇਰੇ ਸੁਰਖਾਬ ਦੇ ਪਰ ਨਹੀਂ ਲੱਗੇ ਹੋਏ। ਲੋਕ ਮੈਨੂੰ ਕਿਉਂ ਪਿਆਰ ਕਰਦੇ? ਕਿਉਂਕਿ ਮੈਂ ਇਹਨਾਂ ਮੁੱਦਿਆਂ ਦੀ ਗੱਲ ਕਰਦਾ, ਮੈਂ ਲੋਕਾਂ ਦੇ ਭਲੇ ਦੀ ਗੱਲ ਕਰਦਾ, ਮੇਰੇ ਪਰਿਵਾਰ ਦੇ ਲਈ। ਇਹ ਕਹਿੰਦੇ ਨਾ ਕਿ ਜੀ MLA ਦੇ ਮੁੰਡਿਆਂ ਨੂੰ ਨੌਕਰੀ ਦੇਤੀ ਹੈ, ਮੈਂ ਤੇ ਐਕਸਪੈਕਟ ਕਰਦਾ, ਮੈਂ ਤਾਂ ਭਾਜੀ ਦੀ ਇੱਜ਼ਤ ਬੜੀ ਕਰਦਾ। ਉਹਨੇ ਕਿਹਾ ਸੀਗਾ ਜੀ ਮੁੱਲ ਨਹੀਂ ਪਾਉਣਾ ਆਪਣੇ ਫਾਦਰ ਸਾਹਿਬ ਦਾ, ਠੀਕ ਹੈ। ਤੇ ਮੇਰਾ ਪੁੱਤਰ, ਮੈਂ ਇਸ ਰਾਹ ਤੇ ਤੁਰਿਆ, ਜਿੱਦਣ ਅਸਿਸਟੈਂਟ ਐਡਵੋਕੇਟ ਜਨਰਲ ਆਇਆ ਸੀਗਾ, ਆਪਣੀ ਮਾਂ ਨੂੰ ਆ ਕੇ ਕਹਿੰਦਾ ਮਾਮਾ ਦੇ ਆਰ ਅਕਿਊਜ਼ਿੰਗ ਮਾਈ ਫਾਦਰ ਆਫ ਨੈਪੋਟਿਜ਼ਮ। ਆਓ ਮਾਰੀ, ਕਹਿੰਦਾ ਤੈਨੂੰ ਵੀ ਨਹੀਂ ਜੁਆਇਨ ਕਰਨ ਦਿੰਦਾ। ਮੇਰੀ ਸੁਣਦੀ ਉਹ, ਪਰ ਪਤਾ ਹੈ ਨਾ ਮਾਂ ਕੀ ਹੁੰਦੀ ਹੈ, ਆਪਣੇ ਪੁੱਤਰ ਦੀ ਜ਼ਰੂਰ ਸੁਣ। ਇੱਕ ਵਾਰ ਨਹੀਂ ਮੁੜ ਕੇ ਦੇਖਿਆ। ਕਿਉਂ ਬਈ? ਕਿਹਦੇ ਕਰਕੇ? 3 ਵਾਰ ਮੰਤਰੀ ਬਣਾਉਂਦੇ ਸੀਗੇ, INB ਮਿਨਿਸਟਰ। ਜਾ ਕੇ ਕੁਰੂਕਸ਼ੇਤਰੋਂ ਲੜ ਲੈ। ਬਾਦਲਾਂ ਦੀ ਸਲਾਹ ਕੀ ਸੀ? ਸਾਡੀ ਨੂੰ ਦੂਜੀ ਵਾਰ ਬਣੂ, ਇਹ ਚੌਥੀ ਵਾਰ ਦਾ MP ਹੋ। ਪੱਟੂ ਹਾਰੇ ਹੀ ਨਹੀਂ, ਰਤਨ ਸਿੰਘ ਦੇ ਨਾਲ ਤੀਜੀ ਵਾਰ ਬਣਨਾ, ਉਹ ਵੀ ਪਤਾ। ਇਹਨੂੰ ਪੁੱਛੋ ਸਾਲੇ ਸੁਖਬੀਰ ਦੇ ਨੂੰ, ਇਹਦੇ ਕਿਹੜੇ ਸੁਰਖਾਬ ਦੇ ਪਰ ਲੱਗੇ? ਮਿੱਲਾਂ ਵਿਕਦੀਆਂ ਹੁੰਦੀਆਂ ਸੀ ਇੱਥੇ, ਟੁੱਟੀ ਕੁਆਲਸ ਦੇ ਵਿੱਚ ਆ ਕੇ ਮੇਰੀ ਗੱਡੀ ਚਲਾਉਂਦਾ ਹੁੰਦਾ ਜੀ, ਸ਼ੂਪ ਪੀ ਲਓ ਭਾਈ, ਸ਼ੂਪ ਹੈ, ਡੱਡੂ ਪਾ ਕੇ ਮੂੰਹ 'ਚ। ਇਹਨੂੰ ਪੁੱਛਣਾ ਇਹਦੀ ਕੀ ਕੁਆਲੀਫਿਕੇਸ਼ਨ ਹੈ? 4 ਵਾਰ ਦੇ MLA ਹੈ, ਬਾਤੇ ਘਰਾਂ 'ਚ। ਕਿਉਂ ਬਈ? ਕਿਉਂਕਿ ਭੈਣ ਜੀ ਰੁੱਸ ਗਈ। ਕੋਈ ਪਰਸਨਲ ਲੜਾਈ ਨਹੀਂ, ਛੋਟੀ ਭੈਣ, ਕੋਈ ਪਰਸਨਲ ਲੜਾਈ ਨਹੀਂ। ਇੱਕ ਐਗਜ਼ਾਮਪਲ ਚਾਹੀਦਾ ਹੈ। A good example is the best sermon that you can preach. It is the language that everybody understands. ਉਦਾਹਰਣ ਚਾਹੀਦਾ ਹੈ। ਲੋਕ ਕਿਉਂ ਪ੍ਰੀ ਇੰਡੀਪੈਂਡੈਂਸ, ਆਜ਼ਾਦੀ ਤੋਂ ਪਹਿਲਾਂ ਸਾਰੇ ਲੀਡਰਾਂ ਨੂੰ ਫੋਲੋ ਕਰਦੇ ਸੀ? ਕਿਹੜਾ ਉਹਦਾ ਸੀ ਗਾਂਧੀ ਜੀ ਕੋਲ? ਸਰਦਾਰ ਪਟੇਲ ਕੋਲ ਕੀ ਸੀ? ਕਿਰਦਾਰ ਸੀ। ਪਰ ਜਦ ਕਿਰਦਾਰ ਦੇ ਬਾਰੇ ਕਿਹਾ ਜਾਂਦਾ ਕਿ ਤੁਹਾਡੀ ਜਿਹੜੀ ਇਮਰਾਨ ਖਾਨ ਨਾਲ ਦੋਸਤੀ ਹੈ ਉਹ ਪੰਜਾਬ ਦਾ ਤੁਹਾਨੂੰ ਇੱਕ ਜ਼ਿੰਮੇਵਾਰੀ ਨਹੀਂ। ਉਹ ਭਾਈ ਕਰਤਾਰਪੁਰ ਖੁੱਲ ਗਿਆ, ਬੜਿਆਂ ਨੂੰ ਦਰਦ ਹੋਈ। ਤੁਹਾਡੇ ਇਸ TV ਤੇ ਵੀ ਦਰਦ ਮਹਿਸੂਸ ਕੀਤੀ ਨਾ? ਮੈਂ ਤਾਂ ਉਦੋਂ ਕਿਹਾ ਸੀ ਤੁਸੀਂ ਗਲਵਾ ਲਓ ਭਾਈ, ਮੈਂ ਤੁਹਾਡੇ ਮਗਰ ਤੁਰੂ। ਅੱਜ ਵੀ ਫੇਰ ਕਹਿ ਰਿਹਾ, ਲਾਂਘਾ ਖੁੱਲਿਆ, ਮੈਂ ਫੇਰ ਕਹਿ ਰਿਹਾ ਅੱਜ ਕਰੋ, ਇਸ ਰਾਹ ਤੁਰੋ, ਬਗੈਰ ਉਹਦੇ ਤੁਹਾਡੇ ਮਗਰ ਤੁਰੋ, ਅਨਕੰਡੀਸ਼ਨਲੀ ਤੁਰੋ। 24/7 24 ਘੰਟੇ ਸੇਵਾ ਕਰੋ। ਜੇ ਕੁਝ ਮੰਗ ਗਿਆ ਤੇ ਸੁਤੰਤਰਤਾ ਸੈਨਾਨੀ ਨਵਜੋਤ ਸਿੰਘ ਸਿੱਧੂ ਦਾ ਪਿਓ ਸਰਦਾਰ ਭਗਵੰਤ ਸਿੰਘ ਸਿੱਧੂ ਉਹਦਾ ਪੁੱਤਰ ਨਹੀਂ। ਹੋਰ ਦੱਸ, ਤਬੀਅਤ ਕਰਤੀ ਸਾਫ? ਇਸ ਤੋਂ ਬਾਅਦ ਕੋਈ ਇਹੋ ਜਿਹਾ ਸੋਚ ਹੈ ਕਿ ਤੁਸੀਂ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ? ਮੈਂ ਕਿਹਾ ਇਹ ਮੁੱਦਾ ਹੀ ਹੈ ਨਹੀਂ। ਇਹ ਪਟਕਾਉਂਦੇ ਆ ਅਖਬਾਰਾਂ 'ਚ ਖਬਰਾਂ ਲਵਾਉਂਦੇ, ਛੁਰਲੀਆਂ ਚਲਾਉਂਦੇ ਆ। ਸਿੱਧੂ ਮਿਲਣ ਜਾ ਰਿਹਾ ਜੀ, ਮੈਂ ਮਿਲਣ ਜਾ ਰਿਹਾ, ਸਿੱਧੂ ਨਹੀਂ ਮਿਲਣ ਜਾ ਰਿਹਾ ਜੀ, ਫਲਾਨਾ ਜੀ, ਟਮਕਾਨਾ ਜੀ। ਫੇਕ ਨਿਊਜ਼। 20 ਤਰੀਕ ਨੂੰ ਮੀਟਿੰਗ ਹੈ ਜੀ, ਐ ਜੀ, ਆਓ ਜੀ। ਫੇਕ ਨਿਊਜ਼। ਕਿਸੇ ਦੀ ਝੂਠੀ ਸ਼ਾਨ ਨੂੰ ਉਹੀ ਹਵਾ ਦੇਣੀ ਹੋਵੇ ਕਿ ਮੈਂ ਨਹੀਂ ਜਾਂਦਾ ਜੀ,
ਇਹ ਸ਼ੁਰਲੀਆਂ ਨਾਲ ਪੰਜਾਬ ਚੱਲੂ ਹੁਣ, ਇਹ ਨਹੀਂ ਚੱਲਣੀਆਂ। ਹਕੀਕਤ ਨੂੰ ਦੇਖੋ, ਹਕੀਕਤ ਨੂੰ, ਗਰਾਊਂਡ ਰਿਐਲਿਟੀ ਨੂੰ ਦੇਖੋ। ਜ਼ਮੀਨ ਪਾੜ ਆਵਾਜ਼ ਆਉਂਦੀ ਹੈ, ਫੜਾਕ ਫੜਾਕ ਫੜਾਕ, ਇਹਨੂੰ ਕਿੱਦੋਂ ਰੋਕ ਲਓਗੇ? ਗॉड ਬlesਸ ਯੂ। ਆਖਰੀ ਜਿਹੜਾ ਪਹਿਲਾ ਸਵਾਲ ਸੀ ਉਹ ਪੂਰੀ ਤਰ੍ਹਾਂ ਮੈਨੂੰ ਅਜੇ ਸੈਟੀਸਫੈਕਸ਼ਨ ਨਹੀਂ ਮਿਲੀ। ਜਿਹੜਾ ਲੋਕ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਬਾਹਰ ਨਹੀਂ ਆਏ, ਬਹੁਤ ਕਾਰਨ ਹੈ, ਬਟ ਜੇ ਤੁਸੀਂ ਬਾਹਰ ਹੁੰਦੇ, ਕਿਸੇ ਅਹੁਦੇ ਵਿੱਚ ਹੁੰਦੇ। ਇਹ ਪੰਜਾਬ ਮਾਡਲ ਕਿੱਥੋਂ ਹੈ? ਜੇ ਮੈਂ ਬਾਹਰ ਚਲੇ ਜਾਣਾ, ਜਦੋਂ ਮੈਂ ਉਹ ਅਨਾਜ ਵੰਡਦਾ ਸੀ ਨਾ, ਅੱਜ 4 ਮਹੀਨੇ ਪਹਿਲਾਂ, ਹੁਣ ਤਾਂ ਮੇਰਾ ਲਿਵਰ 3rd ਗ੍ਰੇਡ ਚਲਿਆ ਗਿਆ। ਇਹ ਆ ਦੇਖੋ, ਇਹ ਮੇਰੇ ਇਹ ਐਂਬੋਲਿਜ਼ਮ ਹੈ, ਇਹ ਬਲੱਡ ਕਲੌਟਿੰਗ ਉਸੇ ਕਰਕੇ ਹੋਈ। ਮੇਰੇ ਇੱਥੇ ਹੋਇਆ, ਮੈਂ 3 ਮਹੀਨੇ ਹਸਪੀਟਲ ਐਡਮਿਟ ਰਿਹਾ ਸੀ। ਡਾਕਟਰ ਨੇ ਕਿਹਾ 3rd ਗ੍ਰੇਡ ਲਿਵਰ ਹੈ, ਕਦੇ ਵੀ ਡੈਥ ਹੋ ਸਕਦੀ। ਇਹਨੂੰ ਗ੍ਰੇਡ 1 ਲੈ ਕੇ ਆਉਣਾ ਪਊ, ਰੋਟੀ ਛੱਡਣੀ ਪਊਗੀ, ਕਾਰਬਸ ਛੱਡਣੇ ਪੈਣਗੇ, ਚੀਨੀ ਛੱਡਣੀ ਪਊਗੀ। ਇਹ ਦਵਾਈ ਕਰਕੇ ਤੇ ਰੋਟੀਆਂ ਜ਼ਿਆਦਾ ਖਾਣ ਕਰਕੇ, ਸੈਡੈਂਟਰੀ ਲਾਈਫ ਕਰਕੇ। ਉਹ ਦਵਾਈ ਛੱਡਣ ਦੇ ਲਈ ਨੈਚੁਰਲ ਬਲੱਡ ਥਿਨਰ ਲੈਣੇ ਪੈਣੇ ਸੀ, ਘੀਏ ਦਾ ਜੂਸ, ਫਲਾਨਾ ਟੁਕਾਨਾ। 8 ਘੰਟੇ ਐਲੀਵੇਸ਼ਨ ਅੰਮ੍ਰਿਤਸਰ ਕਰਦਾ ਮੈਂ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ 5 ਇਲੈਕਸ਼ਨ ਜਿਤਾਏ। ਇਹ ਪ੍ਰਮਾਣ ਇਹ ਹੈ, 5 ਇਲੈਕਸ਼ਨ ਜਿਤਾਏ ਹੈ, ਉਹਨਾਂ ਲੋਕਾਂ ਦੇ ਬੋਝ ਪਾਉਂਦਾ। ਜ਼ਿੰਦਗੀ 'ਚ ਲੀਡਰ ਉਹ ਹੁੰਦਾ ਹੈ ਜਿਹੜਾ ਆਪਣੇ ਬੋਝ ਆਪ ਚੁੱਕੇ ਤੇ ਜੇ ਕਿਸੇ ਦਾ ਹਲਕਾ ਕਰ ਸਕੇ ਕਰੇ। ਹੈ ਹਲਕਾ ਹੀ ਕਰਦਾ ਸੀ। ਹੈ ਆਪਣੀ ਕਮਾਈ ਵਾਲੇ ਕਦੇ ਨਹੀਂ ਸੋਚਿਆ। ਕਿਸੇ ਨੂੰ ਦੁੱਖ ਸੀ, 25 ਲੱਖ ਦਿੱਤੇ। ਪਹਿਲਾ ਕੰਟਰੈਕਟ ਸੀ, ਬੰਦਾ ਨਾ ਦੇ, ਇੱਕ ਹਿੰਦੁਸਤਾਨ 'ਚ ਨਾ ਦੇ, 1.5 ਕਰੋੜ ਰੁਪਏ ਦਾ ਚੈੱਕ ਦਿੱਤਾ, ਪੇੜ ਲਾ। ਉਹ ਰੁੱਖ ਲਾਉਣ ਦਾ ਸ਼ੌਕ ਮੈਨੂੰ ਉਦੋਂ ਵੀ ਸੀ, ਤੇ ਉਹ ਰੁੱਖ ਮੈਂ ਅੱਜ ਵੀ, ਇਹ ਪੰਜਾਬ ਮਾਡਲ ਉਹ ਰੁੱਖ ਹੀ ਹੈ। ਇਹ ਮੇਰਾ ਪੇਟੈਂਟ ਨਹੀਂ ਹੈ, ਕੋਈ ਇਹਦੇ 'ਚ ਲਵੇ ਫਖਰ ਹੈ, ਕੋਈ ਕਰੇ, ਇਸ ਰਾਹ ਤੁਰੇ। ਲੇਕਿਨ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੈ, ਜਿਹਦੇ ਤੇ ਭਰੋਸਾ ਹੋਵੇ ਐਤਕੀ ਉਹੀ ਪਿਰਾਮਿਡ ਦੇ ਉੱਤੇ ਬਿਠਾਇਓ, ਕਿਉਂਕਿ ਤਾਕਤ ਉੱਥੋਂ ਹੀ ਆਉਣੀ, ਉਹਨੇ ਹੀ ਰੋਕ ਦੇਣੀ। ਜੇ ਉਹ ਪੰਜਾਬ ਦੇ ਲੋਕਾਂ ਦੇ ਲਈ ਅਹਿਸਾਸ ਕਰਦਾ, ਵਿਸ਼ਵਾਸ ਕਰਦਾ, ਔਰ ਕੋਈ ਇਹੋ ਜਿਹਾ ਬੰਦਾ ਹੈ, ਮੈਂ ਉਹਦੇ ਮਗਰ ਤੁਰਨਾ। ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ। ਅਹੁਦਾ ਕੌਣ ਦਿੰਦਾ ਹੈ? ਪੰਜਾਬ ਦੇ ਲੋਕ ਦਿੰਦੇ। ਫੈਸਲਾ ਕੌਣ ਕਰੂ? ਲੋਕਾਂ ਦੀ ਅਦਾਲਤ ਕਰੂ। ਆਈ ਖੜੀ ਹੈ, ਜਾ ਕੇ ਵੇਖੀ ਤੇ ਵੇਖੀ। ਇਹ ਜਿਹੜੇ ਛੁਪੇ ਰੁਸਤਮ ਹੈ ਕਰਦੇ ਰਹੇ ਨਾ 25 ਸਾਲ, ਵੇਖੀ ਤੂੰ ਬਣਦਾ ਕੀ ਇਹਨਾਂ ਨੂੰ। ਇਹ ਸੱਚ ਦੀ ਲੜਾਈ ਹੈ, ਸੱਚ ਤੇ ਹੱਕ ਦੀ, ਪੰਜਾਬ ਦੇ ਅਸਤਿਤਵ ਦੀ ਲੜਾਈ ਹੈ। ਇਸ ਮਿੱਟੀ ਦੀ ਜਿੱਥੇ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਵਾਸ ਕੀਤਾ। ਸਾਡਾ ਸੂਬਾ ਕੱਟ ਕੱਟ ਕੇ ਇੱਕ ਸੂਬੀ ਬਣਾ ਦੀ। ਲੇਕਿਨ ਇਹ ਵਿਚਾਰਧਾਰਾ ਇਸ ਜਗ੍ਹਾ ਤੋਂ ਏਕੇ ਦੀ, ਆਪਸੀ ਭਾਈਚਾਰੇ ਦੀ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ, ਇਹ ਵਿਚਾਰਾਂ ਦੀ ਲੜਾਈ ਹੈ। ਲੋਕਾਂ ਦੇ ਮਨਾਂ 'ਚ ਲੜਨੀ ਪੈਣੀ ਹੈ। ਫਿਰ 6 ਇਲੈਕਸ਼ਨ ਕਿਵੇਂ ਜਿਤਾਤੇ ਲੋਕਾਂ ਨੂੰ? ਇੱਕ ਕਿਸੇ ਨੇ ਲਾਤਾ ਪੋਸਟਰ, ਇਹਨੂੰ ਕਹ ਲਾ ਪੋਸਟਰ, ਜਿੱਤ ਜਾ ਪੋਸਟਰਾਂ ਨਾਲ। ਪੋਸਟਰ ਦਿਲ 'ਚ ਲਾਓ। ਕਿਉਂ ਛੋਟੀ ਭੈਣ ਤੂੰ ਕਹਿੰਦੀ ਹੈ ਵੀ ਜੀ ਡੋਮੀਨੇਟ ਕਰਦੇ ਹੋ? ਕਿਉਂ? ਕਿਉਂਕਿ ਮੋਰਲ ਅਥਾਰਟੀ ਹੈ, ਨੈਤਿਕਤਾ ਦੀ ਤਾਕਤ ਹੈ, ਨੈਤਿਕਤਾ ਦੀ ਤਾਕਤ ਜੇ ਹੋਵੇ ਤਾਂ ਦੱਸ। ਜਿਵੇਂ ਤੁਸੀਂ ਕਿਹਾ ਹੁਣ ਲੋਕਾਂ ਦੇ ਕਚਹਿਰੇ ਵਿੱਚ ਆ ਗਏ, ਸਭ ਕੁਝ ਖਤਮ। ਤੇ ਲੋਕਾਂ ਦੀ ਕਚਹਿਰੀ ਨੇ 6 ਵਾਰ ਨਵਜੋਤ ਸਿੰਘ ਸਿੱਧੂ ਨੂੰ, ਉਹਦੇ ਪਰਿਵਾਰ ਨੂੰ ਸਭ ਤੋਂ ਵੱਡਾ ਨਵਾਜਿਆ। ਕਿਉਂ ਨਵਾਜਿਆ? 7ਵੀਂ ਵਾਰੀ ਵੀ ਆਉਣ ਵਾਲਾ ਹੈ। ਮੈਂ ਕਿਹਾ ਮੇਰੀ ਗੱਲ ਨੂੰ ਸੁਣੋ, ਇਹ ਲੋਕਾਂ ਦੇ ਉੱਤੇ ਸਾਡੀ ਰਿਕੁਐਸਟ ਰਹੇਗੀ, ਕਿਸੇ ਲੰਡੂ ਪੁੱਚੂ ਦੇ ਕਹਿਣ ਨਾਲ ਪਹਾੜ ਨਹੀਂ ਡਿੱਗਦੇ ਹੁੰਦੇ, ਕਹਿਣ ਨਾਲ ਚੌਲ ਨਹੀਂ ਪੱਕਦੇ ਹੁੰਦੇ। ਸਾਡੀ ਇੱਕ ਰਿਕੁਐਸਟ ਹੈਗੀ ਹੈ ਕਿ ਹੁਣ ਡਾਇਲੌਗ ਕੰਟੀਨਿਊ ਰਹੇ। ਮੇਰੀ ਗੱਲ ਸੁਣ, ਬਿਕੋਜ਼ ਜਦ ਤੱਕ ਮੇਰੇ ਕੋਲ ਪੂਰਾ ਪਰਮਾਨੈਂਟ ਇਹ ਨਹੀਂ ਸੀ, ਮੈਂ ਆਇਆ ਨਹੀਂ। ਅੱਜ ਮੇਰੇ ਕੋਲ ਪੰਜਾਬ ਮਾਡਲ ਹੈ, ਮੈਂ ਬੈਠਾ, ਠੀਕ ਹੈ, ਗੱਲ ਖਤਮ। ਸੋ ਸਿੱਧੂ ਜੀ ਦੀਆਂ ਗੱਲਾਂ ਤਾਂ ਚੰਗੀਆਂ ਲੱਗੀਆਂ। ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਸਵਾਲ ਸੀ ਉਹ ਤੁਹਾਡੇ ਮਨ ਦੇ ਜੋ ਉੱਠ ਰਹੇ ਸੀ ਉਹਨਾਂ ਨੂੰ ਅਸੀਂ ਵੀ ਪੂਰਾ ਕਰ ਪਾਏ ਤੇ ਤੁਹਾਡੇ ਸਵਾਲ ਅੱਗੇ ਲੈ ਜਾਗੇ ਅਤੇ ਹੋਰ ਮਿਲਦੇ ਰਵਾਂਗੇ ਤੇ ਇਹੋ ਜਿਹੀਆਂ ਗੱਲਾਂ ਚੱਲਦੀਆਂ ਰਹਿਣਗੀਆਂ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਗॉड ਬlesਸ ਯੂ।